ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਹਜ਼ੂਰ। ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਜੀ ਨਦਰ ਕਰਨੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਸਿੱਧ ਗੋਸ਼ ਦੀ ਬਾਣੀ ਦੀ ਵਿਚਾਰ ਚਲਦੀ ਹੈ। ਅਸੀਂ 24 ਪੌੜੀ ਤੱਕ ਵਿਚਾਰ ਕਰ ਚੁੱਕੇ ਹਾਂ। ਇਹ ਸਾਹਿਬ ਦੇ ਮੁਖੋਂ ਉਚਾਰਨ ਹੋਈ ਇਲਾਹੀ ਬਾਣੀ ਨਿਰੰਕਾਰ ਦੀ ਖਬਰ ਸਾਡੇ ਤੇ ਲਿਆਂਦੀ ਹੈ। ਸਾਨੂੰ ਸ਼ਬਦ ਸਮਝਾਉਂਦੀ ਹੈ, ਜੀਵਨ ਬਾਰੇ ਸਮਝਾਉਂਦੀ ਹੈ, ਮਨ ਦੇ ਸਟਰਕਚਰ ਬਾਰੇ ਸਮਝਾਉਂਦੀ ਹੈ, ਸ੍ਰਿਸ਼ਟੀ ਦੀ ਸਾਰੀ ਖੇਡ ਬਾਰੇ ਸਮਝਾਉਂਦੀ ਹੈ। ਜੇ ਇੱਕ ਪੱਖੋਂ ਦੇਖਿਆ ਜਾਏ ਤਾਂ ਜੀਵਨ ਦੇ ਜੋ ਅਧਿਆਤਮਿਕ ਪੱਖ ਨੇ, ਸਪਿਰਿਚੁਅਲ ਪੱਖ ਨੇ, ਐਲੀਮੈਂਟਸ ਆਫ ਸਪਿਰਿਚੁਅਲਿਟੀ ਨੇ, ਸੋਲ ਕੀ ਹੈ, ਮਨ ਕੀ ਹੈ, ਇਸ ਬਾਣੀ ਵਿੱਚ ਇਹ ਸਾਰੀ ਚੀਜ਼ਾਂ ਸਾਹਿਬ ਨੇ ਪ੍ਰਗਟ ਕੀਤੀਆਂ ਹਨ। ਇਹੋ ਜਿਹੇ ਪ੍ਰਸ਼ਨ ਸਿੱਧਾਂ ਨੇ ਸਾਹਿਬ ਨੂੰ ਪੁੱਛੇ ਹਨ ਜਿਹੜੇ ਅਸੀਂ ਸ਼ਾਇਦ ਸੋਚ ਵੀ ਨਹੀਂ ਸਕਦੇ। ਸਪਿਰਿਚੁਅਲ ਐਲੀਵੇਸ਼ਨ ਦੀ ਇੱਕ ਨਿਸ਼ਾਨੀ ਹੈ ਕਿ ਇਹ ਜਿਹੜਾ ਡਿਸਕੋਰਸ ਅਸਲ ਵਿੱਚ ਚੱਲ ਰਿਹਾ ਹੈ, ਇਹ ਬੜਾ ਸੀਰੀਅਸ ਐਕਸਪਲੋਰੇਸ਼ਨ ਹੈ ਇਨਸਾਨ ਦੀ ਅੰਤਰ ਤਹਿ ਵਿੱਚ, ਸਬਕੌਨਸ਼ੀਅਸ ਅਨਕੌਨਸ਼ੀਅਸ ਮਾਈਂਡ ਦੇ ਪਹਿਲੂ ਖੋਲ੍ਹਣ ਦੀ ਸੋਝੀ ਵੱਲ ਸਾਨੂੰ ਲਿਜਾਂਦਾ ਹੈ। ਹਜ਼ੂਰ ਕਈ ਜਗ੍ਹਾ 'ਤੇ ਆਪਣੀ ਪਰਸਨਲ ਵਿਊਜ਼ ਵੀ ਰੱਖਦੇ ਹਨ, ਆਪਣੀ ਪਰਸਨੈਲਿਟੀ ਬਾਰੇ ਵੀ ਵਿਊਜ਼ ਰੱਖਦੇ ਹਨ। ਕਈ ਜਗ੍ਹਾ 'ਤੇ ਜੀਵਨ ਦੀ ਜੀਣ ਦੀ ਵਿਧੀਆਂ, ਮੈਥਡਸ ਦੱਸਦੇ ਹਨ। ਔਰ ਸਾਰੇ ਸਾਹਿਬ ਦੇ ਜੋ ਸੰਕੇਤ ਨੇ ਉਹ ਸਾਨੂੰ ਮਨ ਔਰ ਮਨ ਨੂੰ ਸ਼ੁੱਧੀਕਰਨ ਔਰ ਮਨ ਦੀ ਉਚਾਈ ਵੱਲ ਲਿਜਾਣ ਦੇ ਯਤਨ ਹਨ, ਜਿਹਦੇ ਵਿੱਚ ਸ਼ਬਦ ਔਰ ਨਾਮ ਦੋ ਅਹਿਮ ਪਹਿਲੂ ਹਨ। ਇਸ ਪਦ ਵਿੱਚ ਵੀ ਕੁਛ ਨਿਰਾਲੀ ਜਿਹੀ ਗੱਲਾਂ ਹਨ ਜਿਨ੍ਹਾਂ 'ਚੋਂ ਸਾਨੂੰ ਦੁੱਖ ਸਮਝ ਆਉਂਦਾ ਹੈ। ਦੁੱਖ ਕੀ ਹੈ? ਜਿਨ੍ਹਾਂ 'ਚੋਂ ਸਾਨੂੰ ਸਮਝ ਆਉਂਦਾ ਹੈ ਕਿ ਮੂਵਮੈਂਟ, ਇਨਸਟੇਬਿਲਿਟੀ ਔਰ ਇਨਸਿਕਿਉਰਿਟੀ ਇਹ ਕਿੱਥੇ ਹੈ ਔਰ ਕਿਵੇਂ ਐਡਰੈਸ ਕਰਨੀ ਹੈ। ਜਿਨ੍ਹਾਂ 'ਚੋਂ ਸਾਨੂੰ ਸਮਝ ਆਉਂਦਾ ਹੈ ਕਿ ਇਹ ਸ੍ਰਿਸ਼ਟੀ ਬਣੀ ਕਿੱਥੋਂ ਹੈ ਅਤੇ ਜਾਏਗੀ ਕਿੱਥੇ। ਇੱਕ ਇੱਕ ਪੰਕਤੀ ਇਸ ਤਰ੍ਹਾਂ ਦੀ ਵਿਚਾਰ ਸਾਹਮਣੇ ਰੱਖਦੀ ਹੈ ਕਿ ਉਹ ਕਈ ਡੂੰਘੇ ਭੇਦ ਖੋਲ੍ਹਦੀ ਹੈ ਜੇ ਅਸੀਂ ਉਹਨਾਂ ਨੂੰ ਵਿਚਾਰੀਏ। ਇਸ ਪੱਖ ਤੋਂ ਇਹ ਗੱਲ ਸਾਨੂੰ ਸਮਝ ਆਉਂਦੀ ਹੈ ਕਿ ਬਾਣੀ ਦੀ ਵਿਚਾਰ ਬਹੁਤ ਜ਼ਰੂਰੀ ਹੈ। ਅਸੀਂ ਜਪਜੀ ਸਾਹਿਬ 10 ਹੀ 12 ਜਾਂ 15 ਮਿੰਟ ਜਾਂ 8 ਮਿੰਟ ਦੀ ਦੌੜ ਲਗਾ ਕੇ ਪੜ੍ਹ ਲੈਂਦੇ ਹਾਂ। ਮੈਨੂੰ ਲੱਗਦਾ ਹੈ ਕਿ ਜਪਜੀ ਸਾਹਿਬ ਅਗਰ ਇੱਕ ਵਾਰ ਜੀਵਨ ਵਿੱਚ ਸਮਝ ਆ ਜਾਏ ਮੈਨੂੰ, ਤਾਂ ਮੇਰਾ ਜੀਵਨ ਬਦਲ ਜਾਏਗਾ। ਮੈਨੂੰ ਜੀਵਨ ਦੀ ਕਲਾ ਆ ਜਾਏਗੀ। ਮੈਨੂੰ ਇਹ ਸਮਝ ਆ ਜਾਏਗੀ ਕਿ ਮੈਂ ਕਿੱਧਰ ਜਾਣਾ ਹੈ, ਮੇਰੇ ਕੀ ਨਿਸ਼ਾਨੇ ਹਨ ਜੀਵਨ ਦੇ। ਮੈਨੂੰ ਇਹ ਸਮਝ ਆ ਜਾਏਗੀ ਕਿ ਮੇਰੀ ਕਿਹੜੀ ਚੀਜ਼ਾਂ ਕਰਕੇ ਮੈਨੂੰ ਦੁੱਖ ਮੇਰੇ ਸਾਹਮਣੇ ਆਉਂਦਾ ਹੈ। ਮੈਨੂੰ ਇਹ ਸਮਝ ਆ ਜਾਏਗੀ ਕਿ ਗੁਰੂ ਕੌਣ ਹੈ ਔਰ ਮੈਂ ਕਿੱਥੇ ਗੁਰੂ ਨੂੰ ਲੱਭ ਸਕਦਾ ਹਾਂ। ਇਹ ਸਾਡੇ ਸਾਰਿਆਂ ਦੇ ਜੀਵਨ ਦੇ ਭੁਲੇਖੇ ਹਨ ਜਿਨ੍ਹਾਂ ਕਾਰਨ ਅਸੀਂ ਭਟਕਦੇ ਫਿਰਦੇ ਹਾਂ। ਜੀਵਨ ਨੂੰ ਸਰੀਰਕ ਰੂਪ ਵਿੱਚ ਗੁਰੂ ਲੱਭਦੇ ਆਪਣੇ ਅਕੇਲੇਪਨ ਤੋਂ ਅਸੀਂ ਗੁਰੂ ਦੀ ਭਾਲ ਵਿੱਚ ਨਿਕਲ ਜਾਂਦੇ ਹਾਂ। ਕੋਈ ਇਹੋ ਜਿਹਾ ਜਨ ਮਿਲ ਜੇ ਜਿਹੜਾ ਕੋਈ ਚਮਤਕਾਰ ਕਰਕੇ ਸਾਨੂੰ ਬਦਲ ਦੇ। ਜੂਡੋ ਕ੍ਰਿਸ਼ਨਾਮੂਰਤੀ ਇੱਕ ਵਿਚਾਰਵਾਨ ਸਪਿਰਿਚੁਅਲਿਸਟ ਹੋਇਆ ਜਿਹੜਾ ਬੈਂਗਲੋਰ ਦੇ ਥਿਓਸੋਫਿਕ ਸੁਸਾਇਟੀ 'ਚ ਪਲਿਆ
ਔਰ ਫਿਰ ਅਡਿਆਰ ਵਿੱਚ ਮਦਰਾਸ ਦੇ ਕੰਢੇ 'ਤੇ, ਚੇਨਈ ਦੇ ਕੰਢੇ 'ਤੇ, ਇੱਕ ਨਦੀ ਦੇ ਕੰਢੇ 'ਤੇ ਰੋਜ਼ ਸ਼ਾਮ ਨੂੰ ਡਿਸਕੋਰਸ ਕਰਦਾ ਸੀ। ਉਹਦੇ ਡਿਸਕੋਰਸਿਸ ਵਿੱਚ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਹਨ। ਉਹਨਾਂ 'ਚ ਇੱਕ ਗੱਲ ਇਹ ਹੈ ਕਿ ਉਹ ਗੁਰੂ ਦੇ ਬੜੇ ਉਲਟ ਸੀ। ਉਹਦਾ ਇਹ ਕਹਿਣਾ ਸੀ ਕਿ ਗੁਰੂ ਅਸੀਂ ਆਪਣੇ ਭੁਲੇਖਿਆਂ ਕਾਰਨ ਲੱਭਦੇ ਹਾਂ, ਆਪਣੀ ਲੋਨਲੀਨੈਸ ਕਾਰਨ, ਅਦੀ ਲੈਕ ਆਫ ਐਮਪਾਵਰਮੈਂਟ ਦੇ ਕਾਰਨ, ਵੀਕਨੈਸ ਦੇ ਕਾਰਨ ਅਸੀਂ ਕੋਈ ਇਹੋ ਜਿਹਾ ਜਨ ਲੱਭਦੇ ਹਾਂ ਜਿਹੜਾ ਸਾਨੂੰ ਇਹ ਲੱਗੇ ਕਿ ਉਹ ਪਾਵਰਫੁਲ ਹੈ, ਉਹ ਸਹਿਯੋਗੀ ਹੈ ਔਰ ਉਹਦੇ ਕੋਲ ਸਾਰੇ ਸੋਲਿਊਸ਼ਨਸ ਹਨ। ਇੱਕ ਤਹਿ 'ਤੇ ਕ੍ਰਿਸ਼ਨਾ ਮੂਰਤੀ ਦੀ ਗੱਲ ਬਿਲਕੁਲ ਠੀਕ ਹੈ, ਪਰ ਇੱਥੇ ਲੋੜ ਇਹ ਹੈ ਸਮਝਣ ਦੀ ਕਿ ਗੁਰੂ ਹੈ ਕੀ। ਗੁਰੂ ਸਰੀਰ ਹੈ, ਗੁਰੂ ਸਰੀਰ ਤੋਂ ਪਰੇ ਹੈ, ਗੁਰੂ ਸਮੇਂ ਦੇ ਅੰਦਰ ਹੈ, ਗੁਰੂ ਸਮੇਂ ਤੋਂ ਪਰੇ ਹੈ। ਗੁਰੂ ਦੀ ਤੇਹਾਂ ਕੀ ਨੇ? ਇੱਕ ਸ਼ਬਦ ਹੈ, ਉਹ ਹਰ ਪਲੇਨ 'ਤੇ ਅਲੱਗ-ਅਲੱਗ ਮੀਨਿੰਗ ਰੱਖਦਾ ਹੈ। ਇਸਲਾਮ ਪੰਥ ਵਿੱਚ 7 ਜਾਂ 9 ਪੌੜੀਆਂ ਵਿੱਚ ਹਰ ਚੀਜ਼ ਨੂੰ ਵਿਚਾਰਿਆ ਜਾਂਦਾ ਹੈ। 7 ਪਲੇਨਸ। ਉਹਨਾਂ ਨੂੰ 7 ਪਲੇਨ ਨਜ਼ਰ ਆਏ, ਇਸ ਤਰ੍ਹਾਂ ਉਹਨਾਂ ਨੇ ਹਰ ਚੀਜ਼ ਨੂੰ 7 ਡਿਫਰੈਂਟ ਐਂਗਲਸ ਤੋਂ ਵਿਚਾਰਿਆ ਹੈ। ਅਸੀਂ ਵੀ ਇਸੇ ਤਰ੍ਹਾਂ 2 ਤਰ੍ਹਾਂ ਪੱਖਾਂ ਵਿੱਚ ਵਿਚਾਰ ਰਹੇ ਹਾਂ। ਮਨ ਦੀ ਤਹਿ 'ਤੇ ਸ਼ਬਦ ਦੀ ਵਿਚਾਰ ਕੁਝ ਹੋਰ ਬਣਦੀ ਹੈ, ਜੀਵਨ ਦੀ ਤਹਿ 'ਤੇ ਸ਼ਬਦ ਦੀ ਵਿਚਾਰ ਕੁਝ ਹੋਰ ਬਣਦੀ ਹੈ। ਇਸੇ ਤਰ੍ਹਾਂ ਜਿਹੜੇ ਸ਼ਬਦ ਅਲੱਗ-ਅਲੱਗ ਮੀਨਿੰਗ ਰੱਖਦੇ ਹਨ ਡਿਫਰੈਂਟ ਪਲੇਨਸ ਵਿੱਚ, ਉਹਨੂੰ ਅੰਗਰੇਜ਼ੀ ਵਿੱਚ ਐਲੀਗਰੀ ਕਿਹਾ ਹੈ। ਮੌਲਾਨਾ ਜਲਾਲੁਦੀਨ ਰੂਮੀ ਇੱਕ ਬਹੁਤ ਪਿਆਰਾ ਮਿਸਟਿਕ ਹੈ। ਸ਼ਮਸ ਤਬਰੇਜ਼ ਉਹਦਾ ਗੁਰੂ ਰਿਹਾ। ਇਹ 13ਵੀਂ 14ਵੀਂ ਸੈਂਚੁਰੀ ਦੇ ਸੂਫੀ ਮਿਸਟਿਕ ਹਨ। ਇਹਦੀ ਰਾਈਟਿੰਗ 4 ਪੰਕਤੀਆਂ ਵਿੱਚ ਇੱਕ ਪਦ ਅਰਪਣ ਹੁੰਦਾ ਹੈ। ਉਹ ਸਾਰੀ ਐਲੀਗੋਰਿਕਲ ਹੈ, ਕਿਉਂਕਿ ਉਸ ਸਮੇਂ ਦੇ ਰਾਜੇ ਨੇ ਅਧਿਆਤਮ ਔਰ ਸਪਿਰਿਚੁਅਲਿਟੀ ਬੈਨ ਕੀਤੀ ਹੋਈ ਸੀ। ਇਸ ਕਰਕੇ ਮੌਲਾਨਾ ਰੂਮੀ ਨੇ ਕੋਈ ਵਿਧੀ ਕੱਢੀ। ਉਹ ਫਿਜ਼ੀਕਲ ਪਲੇਨ ਦੀ ਗੱਲਾਂ ਕਰਕੇ ਸਪਿਰਿਚੁਅਲ ਰਿਫਲੈਕਸ਼ਨ ਪ੍ਰਗਟ ਕਰਦਾ ਸੀ। ਬੜੀ ਕਮਾਲ ਦੀ ਰਾਈਟਿੰਗ ਸਨ। ਬੜੀ ਫਲਾਈਟ ਹੈ ਉਹਨਾਂ ਵਿੱਚ। ਫਲਾਈਟ ਦਾ ਮਤਲਬ ਹੈ ਉਹਦੇ ਵਿੱਚ ਸੋਝੀ ਹੈ, ਗਹਿਨ ਐਕਸਪੀਰੀਅੰਸ ਦਾ ਰਿਫਲੈਕਸ਼ਨ ਹੈ। ਜੀਵਨ ਵਿੱਚ ਅਸੀਂ ਆਪਣੇ ਰਿਫਲੈਕਸ਼ਨਸ ਜਿਹੜੇ ਕਰਦੇ ਹਾਂ, ਜਿਹੜੇ ਐਕਸਪੀਰੀਅੰਸ਼ਲ ਹੋਣਗੇ, ਉਹਨਾਂ ਦਾ ਮੀਨਿੰਗ ਕੁਝ ਹੋਰ ਹੋਏਗਾ। ਜਿਹੜੇ ਦੂਸਰੇ ਦੇ ਐਕਸਪੀਰੀਅੰਸ ਵਿੱਚ ਅਸੀਂ ਪੜ੍ਹ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਉਹਦਾ ਮੀਨਿੰਗ ਕੁਝ ਹੋਰ ਬਣੇਗਾ। ਜਿਵੇਂ ਮੈਂ ਕਰਦਾ ਹਾਂ, ਮੈਨੂੰ ਕੋਈ ਐਕਸਪੀਰੀਅੰਸ ਨਹੀਂ ਹੈ। ਸਾਹਿਬ ਦੇ ਇਹ ਸ਼ਬਦਾਂ ਵਿੱਚ ਬੈਠ ਕੇ ਬਸ ਕੁਝ ਇਸ ਤਰ੍ਹਾਂ ਦਾ ਨਸ਼ਾ ਆ ਜਾਂਦਾ ਹੈ ਕਿ ਬੋਲ ਪੈਂਦੇ ਆ। ਗੁਰੂ ਨਾਨਕ ਸਾਹਿਬ ਨਾਲ ਬੈਠਣਾ ਨਸ਼ੇ ਤੋਂ ਘੱਟ ਨਹੀਂ ਹੈ ਨਾ। ਨਸ਼ਾ ਕਿਸ ਗੱਲ ਦਾ ਹੈ? ਕੋਈ ਇਹੋ ਜਿਹਾ ਪੁਰਸ਼ ਜੋ ਉਸ ਦੇਸ਼ ਦੀ ਖਬਰ ਲਿਆਏ ਜਿੱਥੇ ਮੈਂ ਨਹੀਂ ਜਾ ਸਕਦਾ। ਕੋਈ ਇਹੋ ਜਿਹਾ ਜਨ ਮੈਨੂੰ ਉਹੋ ਜਿਹੀ ਚੀਜ਼ ਸਮਝਾ ਪਾਏ ਜਿਹੜਾ ਰਸਤਾ ਮੈਨੂੰ ਪਤਾ ਨਹੀਂ ਹੈ। ਕੋਈ ਇਹੋ ਜਿਹਾ ਗੁਰੂ ਜੋ ਐਸੀ ਗੱਲ ਕਰੇ ਜੋ ਮੇਰੇ ਸਾਰੇ ਜੀਵਨ ਨੂੰ ਬਦਲਣ ਦੀ ਸ਼ਮਤਾ ਰੱਖਦੀ ਹੋਏ। ਇੱਥੇ ਲੋੜ ਸਿਰਫ ਇੱਕ ਘਾਟ ਦੀ ਹੈ ਕਿ ਮੈਂ ਆਪਣਾ ਮਨ ਗੁਰੂ ਨੂੰ ਅਰਪਣ ਨਹੀਂ ਕਰ ਪਾਉਂਦਾ, ਆਪਣੇ ਆਪ ਨੂੰ ਬਚਾ ਕੇ ਚੱਲਦਾ ਹਾਂ। ਈਟ ਮਾਈ ਕੇਕ ਐਂਡ ਹੈਵ ਇਟ ਟੂ, ਔਰ ਹੈਵ ਮਾਈ ਕੇਕ ਐਂਡ ਈਟ ਇਟ ਟੂ। ਇਸੇ ਤਰ੍ਹਾਂ ਅਸੀਂ ਸਾਰੇ ਜੀਂਦੇ ਹਾਂ। ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਇਹ ਹਉਮੈ ਸਾਰਾ ਰੋਗ ਹੈ, ਔਰ ਇਸੇ ਹਉਮੈ ਨੂੰ ਮੈਂ ਬਚਾਉਣ ਦੇ ਕਈ ਤਰੀਕੇ ਕੱਢ ਲਏ ਹਨ। ਕਿਵੇਂ ਇਸ ਹਉਮੈ ਨੂੰ ਬਚਾ ਕੇ ਚੱਲਦਾ ਹਾਂ ਕਿ ਗੁਰੂ ਮੈਨੂੰ ਨਹੀਂ ਮਿਲਦਾ। ਹਨੇਰੇ ਵਿੱਚ ਆਪਣੇ ਆਪ ਨੂੰ ਛਿਪਾ ਕੇ ਰੱਖਦਾ ਹਾਂ ਕਿ ਪ੍ਰਕਾਸ਼ ਮੈਨੂੰ ਬਦਲ ਨਾ ਦੇ। ਆਪਣੇ ਕੰਨਾਂ ਵਿੱਚ ਆਪਣੇ ਹੰਕਾਰ ਦੀਆਂ ਰੂਹਾਂ ਪਾ ਦਿੰਦਾ ਹਾਂ ਕਿ ਗੁਰੂ ਦੇ ਸ਼ਬਦ ਮੇਰੇ ਮਨ ਨੂੰ ਪ੍ਰਗਾਸ ਨਾ ਕਰ ਦੇ। ਇਹ ਸਾਰੀ ਮੇਰੀ ਹਉਮੈ ਦੀ, ਮੇਰੇ ਹੰਕਾਰ ਦੀ ਨਿਸ਼ਾਨੀਆਂ ਹਨ। ਇਹ ਬਾਣੀ ਸਾਨੂੰ ਕਿਸੇ ਦੇਸ਼ ਵਿੱਚ ਲਿਜਾ ਰਹੀ ਹੈ, ਕਿਸੇ ਇਹੋ ਜਿਹੇ ਦੇਸ਼ ਵੱਲ ਜਿੱਥੇ ਅਸੀਂ ਜਾਣਾ ਜਾਣਦੇ ਨਹੀਂ ਹਾਂ, ਜਿਹਦੇ ਬਾਰੇ ਸਾਨੂੰ ਖਬਰ ਨਹੀਂ ਹੈ, ਜਿਹਦਾ ਐਕਸਪੀਰੀਅੰਸ ਸਾਡੇ ਤੋਂ ਪਰੇ ਹੈ, ਪਰ ਹੈ ਬੜਾ ਨੇੜੇ, ਜਿਹਦੇ ਵਿੱਚ ਉਤਰਨਾ ਬਹੁਤ ਹੀ ਬਹੁਤ ਮੁਸ਼ਕਿਲ ਲੱਗਦਾ ਹੈ, ਪਰ ਹੈ ਬੜਾ ਸੌਖਾ।
ਕਿਵੇਂ ਸਾਹਿਬ ਸਮਝਾਉਂਦੇ ਹਨ, ਸਭ ਕੁਝ ਬੜਾ ਸੌਖਾ ਲੱਗਦਾ ਹੈ। ਕਿਵੇਂ ਗੁਰੂ ਨਾਨਕ ਸਾਹਿਬ ਉਸ ਦੇਸ਼ ਦੀ ਗੱਲ ਕਰਦੇ ਹਨ ਜਿਸ ਦੇਸ਼ ਵਿੱਚ ਜਾਣ ਦਾ ਕੋਈ ਮੈਪ ਨਹੀਂ ਹੈ ਮੇਰੇ ਕੋਲ, ਪਰ ਸਾਹਿਬ ਉਹਦਾ ਪਤਾ ਲੈ ਕੇ ਆਏ ਹਨ। ਇਹ ਸਭ ਰਿਵੀਲ ਉਹਨਾਂ ਦੇ ਸ਼ਬਦ ਦੇ ਜ਼ਰੀਏ ਹੁੰਦਾ ਹੈ। ਆਓ ਅਸੀਂ ਅੱਜ ਦੀ 25ਵੀਂ ਪੌੜੀ ਵਿੱਚ ਉਤਰੀਏ। ਪਹਿਲਾਂ ਕੋਈ ਵੀਰ ਭੈਣ ਰਹਾਉ ਦੀ ਤੁਕ ਲੈ ਕੇ ਇਸ ਪਦੇ ਨੂੰ ਪੜ੍ਹਦੇ, ਫਿਰ ਇਹਦੇ ਵਿੱਚ ਅਸੀਂ ਵਿਚਾਰ ਵਿੱਚ ਉਤਰ ਸਕਦੇ ਹਾਂ। ਧੰਨਵਾਦ। ਵਾਹਿਗੁਰੂ ਜੀ। ਗੁਰੂ ਨਾਨਕ ਸਾਹਿਬ। ਕਿਆ ਬਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ। ਸਾਚੋ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਿਆ। ਝੂਠੇ ਆਵੈ ਠਵਰ ਨ ਭਾਵੈ, ਦੂਜੈ ਆਵਾ ਗੌਣ ਪਿਆ। ਆਵਾ ਗੌਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ। ਏਕਾ ਬੇਦਨ ਦੂਜੈ ਵਿਆਪੀ, ਨਾਮ ਰਸਾਇਣ ਵੀਸਰਿਆ। ਸੋ ਬੂਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਪਿਆ। ਨਾਨਕ ਤਾਰੇ ਤਾਰਨ ਹਾਰਾ, ਹੋਮੈ ਦੂਜਾ ਪਰ ਹਰਿਆ। ਮਹਾਰਾਜ ਜੀ। ਪਿਆਰੇ ਵੀਰ ਅਰਵਿੰਦਰ ਜੀ, ਬਹੁਤ ਸਾਲਾਂ ਤੋਂ, ਕਈ ਸਾਲ ਹੋ ਗਏ, ਹੁਣ ਤਾਂ 20-22 ਸਾਲ ਹੋ ਗਏ, ਰਾਤ ਦੇ ਹਨੇਰੇ 'ਚ ਅਸੀਂ ਲੋਕਾਂ ਦਾ ਕੀਰਤਨ ਸੁਣਨ ਜਾਂਦੇ ਸੀ। ਧੰਨਵਾਦ ਹੈ ਮਹਾਰਾਜ ਜੀ। ਗੁਰੂ ਦੇ ਪਿਆਰਿਆਂ ਦੀ ਸੰਗਤ ਪ੍ਰੇਰਦੀ ਹੈ ਸਾਨੂੰ। ਸੰਗਤ ਦੇ ਇਹੀ ਲਾਭ ਨੇ ਕਿ ਸਾਨੂੰ ਆਪਣੇ ਦੋਸ਼ ਦਿਖਦੇ ਹਨ ਔਰ ਉਹਨਾਂ ਦਾ ਸਾਨੂੰ ਸਮਾਧਾਨ ਵੀ ਦਿਖਦਾ ਹੈ। ਇਸ ਪਦੇ ਦੀ ਗੱਲ ਜਿਹੜੀ ਪਹਿਲੀ ਪੰਕਤੀ ਹੈ, ਇਹਦੇ ਵਿੱਚ ਤਾਂ ਸਾਰੀ ਸ੍ਰਿਸ਼ਟੀ ਸਮਾ ਗਈ ਹੈ। ਸਾਚੋ ਉਪਜੇ ਸਾਚ ਸਮਾਵੇ, ਸਾਚੇ ਸੂਚਾ ਏਕ ਮਿਆ। ਮੈਂ ਰੋਜ਼ਮर्रा ਦੇ ਜੀਵਨ ਵਿੱਚ ਜੀਂਦਾ ਹਾਂ ਤਾਂ ਮੈਨੂੰ ਕਈ ਉਲਝਣਾਂ ਦਿਖਦੀਆਂ ਹਨ, ਕਈ ਸੁੱਖ ਦਿਖਦੇ ਹਨ, ਕਈ ਦੁੱਖ ਦਿਖਦੇ ਹਨ, ਕਈ ਐਕਸਪੀਰੀਐਂਸਿਸ ਦਿਖਦੇ ਹਨ, ਕਈ ਮੇਲ ਦਿਖਦੇ ਹਨ, ਕਈ ਵਿਛੋੜੇ ਦਿਖਦੇ ਹਨ, ਕਈ ਲਾਭ ਦਿਖਦੇ ਹਨ, ਕਈ ਨੁਕਸਾਨ ਦਿਖਦੇ ਹਨ। ਪਰ ਇਹਦੇ ਪਿੱਛੇ ਹੈ ਕੀ ਦਰਅਸਲ? ਗੁਰੂ ਨਾਨਕ ਨੇ ਇੱਕ ਬੜਾ ਪਿਆਰਾ ਸ਼ਬਦ ਵਰਤਿਆ ਹੈ ਨਿਰੰਕਾਰ ਦੇ ਲਈ। ਜਦੋਂ ਅਸੀਂ ਗੋਡ ਕਹਿੰਦੇ ਹਾਂ ਜਾਂ ਅਸੀਂ ਸਪਿਰਿਟ ਕਹਿੰਦੇ ਹਾਂ, ਉਸ ਨੂੰ ਸਾਹਿਬ ਨੇ ਸੱਚ ਕਿਹਾ ਹੈ ਔਰ ਉਹਦੇ ਬੜੇ ਗਹਿਨ ਕਾਰਨ ਹਨ। ਸੱਚ ਤੋਂ ਭਾਵ ਇਹ ਹੈ ਜਿਹੜਾ ਸਮੇਂ, ਸਥਾਨ ਔਰ ਕਾਰਨ ਤੋਂ ਪਰੇ ਹੈ। ਯਾਨੀ ਜਿਹੜਾ ਇੱਕ ਥਿਰ ਹੈ, ਇੱਕ ਰੂਪ ਵਿੱਚ ਹੈ, ਕਿਸੇ ਵੀ ਸਮੇਂ ਵਿੱਚ, ਕਿਸੇ ਵੀ ਸਮੇਂ ਦੇ ਬਾਹਰ, ਕਿਸੇ ਵੀ ਸਥਾਨ 'ਤੇ, ਕਿਸੇ ਵੀ ਸਥਾਨ ਤੋਂ ਬਾਹਰ, ਕਿਸੇ ਵੀ ਕਾਰਨ ਦੇ ਵਿੱਚ, ਕਿਸੇ ਵੀ ਕਾਰਨ ਤੋਂ ਬਾਹਰ। ਇੱਕ ਚੀਜ਼ ਇਸ ਸ੍ਰਿਸ਼ਟੀ ਵਿੱਚ ਨਹੀਂ ਬਦਲਦੀ, ਉਹ ਨਿਰੰਕਾਰ ਹੈ, ਗੋਡ ਹੈ। ਬਾਕੀ ਸਭ ਬਦਲਾਅ ਵਿੱਚ ਹੈ। ਔਰ ਅਚਰਜ ਦੀ ਗੱਲ ਇਹ ਹੈ ਕਿ ਇਹ ਜਿਹੜਾ ਚੇਂਜ ਹੈ, ਇਸ ਦੀ ਐਨਰਜੀ ਵੀ ਉਹੀ ਪਾ ਰਿਹਾ ਹੈ। ਬਾਣੀ ਅਸੀਂ ਆਨੰਦ ਦੀ ਅੱਜ ਥੋੜ੍ਹੀ ਜਿਹੀ ਵਿਚਾਰਾਂਗੇ। ਕਿਵੇਂ ਹੈ ਗੁਰੂ ਨੇ, ਦੇਖੋ, ਇੱਕ ਤੋਂ ਬਾਅਦ ਦੂਜਾ ਚੱਲਦਾ ਆ ਰਿਹਾ ਹੈ। ਸੱਚ ਦੀ ਗੱਲ ਕਰਦੇ ਚੱਲਦੇ ਹਨ। ਸੱਚ ਦੀ ਗੱਲ ਕਰਦੇ ਕਰਦੇ ਜੀਵਨ ਦੇ ਵਿੱਚ ਕੌਨਫਲਿਕਟਸ ਵੀ ਆ ਗਏ ਹਨ ਔਰ ਇਤਨੇ ਗਹਿਨ ਕੌਨਫਲਿਕਟਸ ਆ ਗਏ ਹਨ ਕਿ ਸਰੀਰ ਵੀ ਛੱਡਣਾ ਪੈ ਰਿਹਾ ਹੈ। ਅਸੀਂ ਆਪਣੇ ਦੁੱਖਾਂ ਨੂੰ ਦੁੱਖ ਗਿਣਦੇ ਹਾਂ। ਇਹਨਾਂ ਗੁਰੂਆਂ ਦੇ ਜੀਵਨ ਤੋਂ ਅਸੀਂ ਕੀ ਸਮਝ ਸਕਦੇ ਹਾਂ? ਸ਼ਾਇਦ ਮੈਂ ਤਾਂ ਸਿਰ ਝੁਕਾਉਣ ਦੇ ਵੀ ਕਾਬਲ ਨਹੀਂ ਹਾਂ। ਕਿਵੇਂ ਗੁਰੂ ਆਨੰਦ ਰੂਪ ਹੈ, ਕਿਸੇ ਵੀ ਕੰਡੀਸ਼ਨ ਦੇ ਵਿੱਚ ਪਰਫੈਕਸ਼ਨ ਦੀ ਮਿਸਾਲ ਹੈ। ਕਿਵੇਂ ਹਨ? ਥੋੜ੍ਹਾ ਜਿਹਾ ਵਿਚਾਰੀਏ ਤਾਂ ਇੱਕ ਵਾਰੀ ਜਿਗਰਾ ਹਿੱਲ ਜਾਂਦਾ ਹੈ। ਕਿਵੇਂ ਕੋਈ ਸਭ ਕੁਝ ਵੀ ਗਵਾ ਕੇ ਸਟੇਬਲ ਰਹਿ ਸਕਦਾ ਹੈ, ਪ੍ਰੇਮ ਵਿੱਚ ਰਹਿ ਸਕਦਾ ਹੈ। ਸਭ ਕੁਝ ਵੀ ਗਵਾ ਕੇ ਸਟੇਬਿਲਿਟੀ ਨਹੀਂ ਖੋਂਦਾ, ਵਿਜ਼ਨ ਡਿਸਟੋਰਟ ਨਹੀਂ ਹੁੰਦਾ। ਇਉਂ ਲੱਗਦਾ ਹੈ ਜਿਵੇਂ ਸਾਹਿਬ ਦਾ ਜਿਹੜਾ ਸੁੰਨ ਸ਼ਬਦ ਹੈ,
ਉਹ ਪ੍ਰਗਟ ਰੂਪ ਵਿੱਚ ਦੁਨੀਆ ਵਿੱਚ ਨਜ਼ਰ ਆ ਗਿਆ ਹੈ ਕਿ ਗੁਰੂ ਸਾਨੂੰ ਸਰੀਰ ਦਿਖਦਾ ਹੈ, ਪਰ ਗੁਰੂ ਦਾ ਗਹਿਨ ਰੂਪ ਸੁੰਨ ਔਰ ਸਮਾਧ ਹੈ। ਕਿਸ ਤਰ੍ਹਾਂ ਦੇ ਇਹ ਗੁਰੂ ਹਨ, ਕਿਵੇਂ ਇਹਨਾਂ ਦਾ ਜੀਵਨ ਹੈ, ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ, ਇੱਕ ਬਹੁਤ ਵੱਡੀ ਐਕਸਪੀਰੀਅੰਸ ਹੈ। ਗੱਲ ਕੀ ਹੈ ਕਿ ਗੁਰੂ ਦਾ ਐਕਸਪੀਰੀਅੰਸ ਦੁਨੀਆ ਹਿਸਟੋਰੀਕਲ ਬਣਾ ਦਿੰਦੀ ਹੈ। ਉਹਦਾ ਮਰਨ ਔਰ ਜਨਮ ਦੀ ਡੇਟਾਂ ਲਿਖ ਕੇ ਅਸੀਂ ਗੁਰੂ ਨੂੰ ਬਹੁਤ ਡਿਫਰੈਂਟ ਤਰੀਕੇ ਨਾਲ ਦੇਖਣ ਲੱਗ ਪੈਂਦੇ ਹਾਂ। ਗੁਰੂ ਤਾਂ ਸਦਾ ਹਾਜ਼ਰ ਹੈ, ਕਿਧਰੇ ਨਹੀਂ ਗਿਆ ਹੈ। ਗੁਰੂ ਸਦਾ ਆਨੰਦ ਰੂਪ ਹੈ, ਗੁਰੂ ਸਦਾ ਬਖਸ਼ਿਸ਼ ਰੂਪ ਹੈ, ਗੁਰੂ ਸੱਚ ਦਾ ਪ੍ਰਤੀਕ ਹੈ, ਨਿਰਾਕਾਰ ਦੇ ਰੂਪ ਵਿੱਚ ਸਦਾ ਹਾਜ਼ਰ ਹੈ। ਔਰ ਉਹਦੇ ਧਿਆਨ ਵਿੱਚ ਜਦੋਂ ਸਿੱਖ ਗੁਰੂ ਦਾ ਧਿਆਨ ਕਰਦਾ ਹੈ ਤਾਂ ਗੁਰੂ ਪ੍ਰਗਟ ਹੋ ਜਾਂਦਾ ਹੈ। ਜੇ ਪ੍ਰਸ਼ਨ ਪੁੱਛਿਆ ਜਾਏ, ਗੁਰਮੁਖਾਂ ਨੇ ਇੱਕ ਦਿਨ ਮੇਰੇ ਨਾਲ ਇਹ ਗੱਲ ਵਿਚਾਰੀ, ਗੁਰੂ ਕਿੱਥੇ ਹੈ? ਉਹਨਾਂ ਨੇ ਕਿਹਾ, ਗੁਰੂ ਸਿੱਖ ਦੀ ਅਰਾਧਨਾ ਵਿੱਚ ਹੈ। ਜੇ ਸਿੱਖ ਅਰਾਧੇਗਾ ਤਾਂ ਗੁਰੂ ਹਾਜ਼ਰ ਹੈ। ਜਿਵੇਂ ਸਾਹਿਬ ਨੇ ਆਪਣੀ ਭੈਣ ਬੇਬੇ ਨਾਨਕੀ ਨੂੰ ਕਿਹਾ, ਤੁਸੀਂ ਮੇਰਾ ਧਿਆਨ ਧਰੋਗੇ, ਮੈਂ ਹਾਜ਼ਰ ਹੋ ਜਾਵਾਂਗਾ। ਕਾਰਨ ਇਹੀ ਹੈ ਕਿ ਸਰੀਰ ਤੋਂ ਪਰੇ ਹੈ ਗੁਰੂ, ਸਮੇਂ ਤੋਂ ਪਰੇ ਹੈ। 500 ਸਾਲ, 550 ਸਾਲ, ਹਜ਼ਾरों ਸਾਲ ਕੋਈ ਮਾਇਨੇ ਨਹੀਂ ਰੱਖਦਾ ਹੈ, ਕਿਉਂਕਿ ਇਹ ਸਮਾਂ ਉਸੇ ਸ਼ਕਤੀ ਤੋਂ ਉਜਾਗਰ ਹੈ ਜਿਹੜੀ ਸ਼ਕਤੀ ਸਤ ਹੈ, ਸੱਚ ਹੈ, ਸਦਾ ਹੈ, ਵਿਕਾਸ ਵਿੱਚ ਹੈ। ਉਸੇ ਦੁਨੀਆ ਦੀ ਖਬਰ ਸਾਹਿਬ ਲੈ ਕੇ ਆਏ ਹਨ। ਐਸੇ ਪੰਕਤੀ ਵਿੱਚ ਸ੍ਰਿਸ਼ਟੀ ਕੀ ਹੈ ਸਾਨੂੰ ਦੱਸ ਦਿੱਤਾ ਹੈ। ਨਿਰੰਕਾਰ ਤੋਂ ਉਪਜ ਗਈ ਸ੍ਰਿਸ਼ਟੀ, ਸਾਚੋ ਉਪਜੇ ਸਾਚ ਸਮਾਵੇ। ਸਾਚੋਂ, ਸੱਚ ਦੇ ਵਿੱਚੋਂ, ਗੋਡ ਦੇ ਵਿੱਚੋਂ ਉਪਜ ਗਈ ਔਰ ਉਹਦੇ ਵਿੱਚ ਹੀ ਸਮਾ ਗਈ। ਇਹ ਸਾਡੇ ਸਾਰਿਆਂ ਦਾ ਆਰੰਭ ਔਰ ਅੰਤ ਹੈ। ਅਸੀਂ ਸਾਰੇ ਸੱਚ ਤੋਂ ਉਪਜੇ ਹਾਂ ਔਰ ਸੱਚ ਦੇ ਵਿੱਚ ਹੀ ਸਮਾ ਜਾਵਾਂਗੇ। ਆਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। एक नूर ते सब जग उपजिया, कौन भले कौन मंदे। क्या बात है साहिब। सानू हजूर ने अज यह गल दसी है कि यह दुनिया सारी सच तो उपजती है और सच ही विच समा जाती है। इस भाव तो गुरु ने एक पंक्ति विच कहा भी है कि ना कोई आंदा है ना कोई जांदा है, क्योंकि वो जिहड़ा आ रहा है वो जा रहा है, ਉਹਦਾ ਐਬਸੋਲੂਟ ਟਰਮਸ ਵਿੱਚ ਕੋਈ ਰਿਫਲੈਕਸ਼ਨ ਨਹੀਂ ਹੈ, ਰਿਐਲਿਟੀ ਨਹੀਂ ਹੈ। ਫਿਰ ਕੀ ਹੈ? ਸਾਹਿਬ ਦੱਸਦੇ ਨੇ, ਜੈਸੀ ਅਗਨ ਉਦਰ में तैसी बाहर माया, माया अगन सब एको जेही, करते खेल रचाया। जा तिस पाना तां जम्मीए, परवार पल्ला पाया। लिव छुटकी लगी तृष्णा, माया अमर वरताया। ए माया जित हर विसरे, मोह उपजे पाँव दूजा लाया। ਸਾਹਿਬ ਦੱਸਦੇ ਨੇ ਇਹ ਸਭ ਮਾਇਆ ਉਹਦੀ ਇੱਕ ਰਚਨਾ ਹੈ ਜਿਸ ਨੂੰ ਸਾਹਿਬ ਨੇ ਹੁਕਮ ਕਿਹਾ ਹੈ। ਇਹ ਉਹਦੇ ਹੁਕਮ ਦਾ ਆਰਡਰ ਹੈ, ਇਹ ਕ੍ਰੀਏਸ਼ਨ ਦਾ ਮੈਥਡ ਹੈ। ਇਹ ਸਾਰੀ ਸ੍ਰਿਸ਼ਟੀ ਉਸਦੇ ਇੱਕ ਆਰਡਰ ਵਿੱਚ ਬਣੀ ਹੈ। ਉਹਦਾ ਇਹ ਨੇਚਰ ਹੈ ਕਿ ਮਾਇਆ ਕ੍ਰੀਏਸ਼ਨ ਇੱਕ ਰਿਫਲੈਕਸ਼ਨ ਹੈ ਟੂ ਐਕਸਪੀਰੀਅੰਸ ਲਾਈਫ। ਇਸ ਭਾਵ ਵਿੱਚ ਮਾਇਆ ਵਿੱਚ ਅਸੀਂ ਜਦੋਂ ਜੀਂਦੇ ਹਾਂ ਤਾਂ ਆਪਣੇ ਆਪ ਵਿੱਚ ਗਲਤ ਨਹੀਂ ਹੈ। ਸਾਡੀ ਗਲਤੀ ਇਹ ਹੈ ਕਿ ਅਸੀਂ ਮਾਇਆ ਨੂੰ ਉਸ ਦੀ ਜਾਣ ਕੇ ਨਹੀਂ ਜੀਂਦੇ ਹਾਂ, ਆਪਣੀ ਜਾਣ ਕੇ ਜੀਂਦੇ ਹਾਂ। ਔਰ ਮੈਂ ਇੱਕ ਪਰਮਾਨੈਂਟ ਰਿਐਲਿਟੀ ਨਹੀਂ ਹੈ, ਮੈਂ ਇੱਕ ਟ੍ਰਾਂਜ਼ੀਐਂਟ ਰਿਐਲਿਟੀ ਹੈ। ਇਹ ਕਿਸੇ ਫਰੇਮ ਵਿੱਚ ਸੱਤ ਹੈ, ਉਸ ਤੋਂ ਬਾਹਰ ਸੱਤ ਨਹੀਂ ਹੈ। ਇਹਦੇ ਵਾਸਤੇ ਟਾਈਮ, ਸਪੇਸ ਔਰ ਕੌਜ਼ ਡਿਫਾਈਨ ਹੋਏਗਾ, ਉਹਦੇ ਵਿੱਚ ਮੈਂ ਸੱਤ ਹੋਵਾਂਗਾ। पर किसी टाइम, किसी स्पेस और किसी कॉज तो बाद मैं सत नहीं होवांगा।
ਮੈਂ ਫਿਰ ਕੁਝ ਹੋਰ ਆਈਡੈਂਟੀਟੀ ਫਾਰਮ ਕਰ ਲਵਾਂਗਾ। ਕਿਉਂਕਿ ਮੈਂ ਅਗਰ ਨਿਰੰਕਾਰ ਦਾ ਐਕਸਪੀਰੀਅੰਸ ਨਹੀਂ ਜਾਣਿਆ ਜੀਂਦੇ ਜੀ, ਤਾਂ ਫਿਰ ਜਿਹੜੀ ਇਹ ਮੇਰੀ ਆਈਡੈਂਟਿਟੀ ਹੈ ਇਹ ਪਵਨ ਵਿੱਚ ਹੀ ਰਹੇਗੀ, ਆਵਾਗਾਉਣ ਵਿੱਚ ਹੀ ਰਹੇਗੀ, ਜਿਸ ਨੂੰ ਸਾਹਿਬ ਨੇ ਸਾਨੂੰ ਰਹਾਉ ਦੀ ਤੁਕ ਵਿੱਚ ਸਮਝਾਇਆ ਹੈ। ਕਿਆ ਭਵੀਏ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਇਸ ਈਗੋ ਦੀ ਇੱਕ ਨੇਚਰ ਹੈ, ਈਗੋ ਮਾਈਂਡ ਦੀ ਇੱਕ ਨੇਚਰ ਹੈ, ਹੰਕਾਰ ਦੀ ਜਾਂ ਹਉਮੈ ਦੀ ਇੱਕ ਨੇਚਰ ਹੈ ਕਿ ਉਹ ਸਦਾ ਅਨਸਟੇਬਲ ਹੈ, ਕਿਉਂਕਿ ਉਹ ਇਨਕੰਪਲੀਟ ਹੈ। ਜਦ ਕੋਈ ਬਣੀ ਵਾਲੀ ਚੀਜ਼ ਆਪਣੇ ਬਣਾਉਣ ਵਾਲੇ ਤੋਂ ਵੱਖਰੀ ਹੋ ਜਾਂਦੀ ਹੈ ਤਾਂ ਉਹ ਹਮੇਸ਼ਾ ਇਨਕੰਪਲੀਟ ਰਹਿੰਦੀ ਹੈ। ਅਗਰ ਮੇਰੇ ਕੋਲ ਕੋਈ ਕਾਰ ਹੋਏ ਅੱਜ ਔਰ ਉਹਦਾ ਜਿਹੜੇ ਮੈਨੂਫੈਕਚਰਰ ਦਾ ਮੈਨੂਅਲ ਹੈ ਮੇਰੇ ਕੋਲ ਨਾ ਹੋਏ, ਤਾਂ ਮੈਨੂੰ ਉਸ ਗੱਡੀ ਦੇ ਬਾਰੇ ਨੌਲੇਜ ਨਹੀਂ ਆ ਸਕਦੀ। ਮੈਂ ਹਮੇਸ਼ਾ ਇਨਕੰਪਲੀਟ ਰਹਾਂਗਾ। ਕੁਝ ਵੀ ਗੱਲ ਵਿਗੜੇਗੀ ਤਾਂ ਮੈਂ ਕਾਬੂ ਨਹੀਂ ਕਰ ਪਾਵਾਂਗਾ। ਇਸੇ ਤਰ੍ਹਾਂ ਇਹ ਜੀਵਨ ਹੈ। ਜਿਸ ਨੇ ਬਣਾਇਆ ਹੈ ਮੈਂ ਉਸ ਤੋਂ ਟੁੱਟ ਗਿਆ ਹਾਂ, ਤਾਂ ਮੈਨੂੰ ਇਹਦੀ ਸੰਭਾਲ ਨਹੀਂ ਆ ਸਕੇਗੀ। ਇਹਨੂੰ ਕਿਵੇਂ ਚਲਾਉਣਾ ਹੈ, ਇਹਦਾ ਸੱਤ ਹੈ ਕੀ, ਇਹਦੀ ਰਿਐਲਿਟੀ ਕੀ ਹੈ, ਇਹਦੀ ਬਣਤ ਕੀ ਹੈ, ਇਹਦਾ ਸਟਰਕਚਰ ਕੀ ਹੈ, ਮੈਨੂੰ ਨਹੀਂ ਪਤਾ ਹੈ। ਤਾਂ ਫਿਰ ਇਹ ਦੁੱਖ ਦਾ ਕਾਰਨ ਬਣ ਗਿਆ। ਮੈਂ ਇੱਕ ਇਹੋ ਜਿਹੀ ਵਸਤੂ ਲੈ ਕੇ ਚੱਲ ਪਿਆ ਹਾਂ ਜਿਸ ਦੇ ਬਾਰੇ ਮੈਨੂੰ ਪਤਾ ਨਹੀਂ ਹੈ, ਤਾਂ ਇਨਸਿਕਿਉਰਿਟੀ ਦਾ ਕਾਰਨ ਬਣ ਗਿਆ। ਮੈਂ ਇੱਕ ਇਹੋ ਜਿਹੇ ਮਨ ਨੂੰ ਆਪਣਾ ਆਪ ਸੰਭਾਲ ਲਿਆ ਹੈ ਜਿਹਦਾ ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ ਕਿ ਇਹ ਹੈ ਕੀ, ਤਾਂ ਮਨ ਮੇਰੀ ਡਰਾਈਵਿੰਗ ਫੋਰਸ ਬਣ ਗਿਆ। ਮੈਂ ਕੰਟਰੋਲ ਵੀ ਖੋ ਬੈਠਾ। ਹੁਣ ਮਨ ਕੰਟਰੋਲ ਕਰਦਾ ਹੈ ਮੈਨੂੰ, ਇਹਨੂੰ ਮੈਂ ਜਾਣਦਾ ਨਹੀਂ ਹਾਂ ਕੀ ਹੈ। ਜੀਵਨ ਦਾ ਕੋਈ ਵੀ ਐਕਸਪੀਰੀਅੰਸ ਨਹੀਂ ਬਦਲੇਗਾ। ਵੈਸਟ ਦਾ ਇੱਕ ਸਾਈਕੋਲੋਜੀਕਲ ਲੀਡਰ ਰਿਹਾ ਸਾਈਕੋਲੋਜੀ ਦਾ, ਫਰੋਇਡ। ਉਸਨੇ ਮਨ ਦੇ ਬਾਰੇ ਕਈ ਗੱਲਾਂ ਕੀਤੀਆਂ ਹਨ ਔਰ ਅੱਜ ਵੈਸਟ ਦੇ ਜੋ ਐਕਸਪੀਰੀਅੰਸਿਸ ਹਨ, ਫਰੋਇਡ ਦੇ ਨਾਲ ਅਗਰ ਲੈ ਕੇ ਚੱਲੀਏ ਤਾਂ ਉਸ ਐਕਸਪੀਰੀਅੰਸਿਸ ਵਿੱਚ ਇੱਕ ਗੱਲ ਫਰੋਇਡ ਬੜੀ ਕਈ ਵਾਰ ਕਹਿੰਦਾ ਹੈ ਕਿ ਜਿਹੜੇ ਪ੍ਰਾਈਮਲ ਸਟਿਮੂਲੈਂਟਸ ਹਨ ਜੀਵਨ ਦੇ, ਉਹਨਾਂ 'ਚੋਂ ਸੈਕਸ ਇੱਕ ਡਰਾਈਵਿੰਗ ਪ੍ਰਾਈਮਲ ਸਟਿਮੂਲੈਂਟ ਹੈ। ਔਰ ਇਹ ਗੱਲ ਸਾਨੂੰ ਸਾਰਿਆਂ ਨੂੰ ਤੰਗ ਕਰਦੀ ਹੈ, ਪਰ ਗੁਰੂ ਨੇ ਵੀ ਭੋਗ ਭੋਗੇ ਹਨ। ਗੁਰੂ ਨੇ ਡਿਨਾਇਲ ਵਿੱਚ ਕੁਝ ਨਹੀਂ ਰਿਹਾ, ਤਾਂ ਸਾਨੂੰ ਕਿਉਂ ਤੰਗ ਕਰਦੀ ਹੈ। ਮੈਨੂੰ ਯਾਦ ਹੈ ਜੂਡੋ ਕ੍ਰਿਸ਼ਨਮੂਰਤੀ ਦੇ ਇੱਕ ਪ੍ਰਸ਼ਨ ਵਿੱਚ ਇੱਕ ਬੜੀ ਪਿਆਰੀ ਗੱਲ ਸਾਡੇ ਸਾਹਮਣੇ ਆਈ ਸੀ। ਉਹ ਕਹਿੰਦਾ ਅਸੀਂ ਮਨ ਨੂੰ ਇਸ ਤਰ੍ਹਾਂ ਜਾਣਦੇ ਹਾਂ ਕਿ ਹਰ ਚੀਜ਼ ਹੀ ਪ੍ਰੋਬਲਮ ਬਣ ਜਾਂਦਾ ਹੈ, ਕਿਉਂਕਿ ਅਸੀਂ ਮਨ ਨੂੰ ਜਾਣਦੇ ਹੀ ਨਹੀਂ। ਸਭ ਕੁਝ ਹੀ ਪ੍ਰੋਬਲਮ ਹੈ। ਸੈਕਸ ਵੀ ਪ੍ਰੋਬਲਮ ਬਣ ਗਿਆ ਹੈ। ਜਿਸ ਨੂੰ ਪ੍ਰੋਬਲਮ ਨਹੀਂ ਸੀ ਬਣਨਾ ਅਸੀਂ ਉਹਨੂੰ ਵੀ ਬਣਾਤਾ, ਕਿਉਂਕਿ ਸਾਨੂੰ ਇੰਨੀ ਜ਼ਿਆਦਾ ਕਨਫਿਊਜ਼ਨਸ ਹਨ ਆਪਣੇ ਮਨ ਬਾਰੇ, ਆਪਣੇ ਸਰੀਰ ਬਾਰੇ, ਕਿ ਅਸੀਂ ਪੂਰੀ ਜੀਵਨ ਨੂੰ ਹੀ ਇੱਕ ਮੁਸੀਬਤ ਬਣਾਤਾ। ਅੱਜ ਮੈਂ ਇਹ ਗੱਲ ਇਸ ਕਰਕੇ ਸਾਹਮਣੇ ਲਿਆਉਂਦਾ ਹਾਂ ਕਿਉਂਕਿ ਇਹ ਚੀਜ਼ਾਂ ਸਾਨੂੰ ਜਾਣਨੀਆਂ ਜ਼ਰੂਰੀ ਹਨ। ਮੈਂ ਵੀ ਇਸ ਉਲਝਣ ਵਿੱਚ ਹਾਂ ਕਿ ਇਹਦਾ ਸੱਤ ਕੀ ਹੈ। ਤਾਂ ਕ੍ਰਿਸ਼ਨਾਮੂਰਤੀ ਨੇ ਬੜੀ ਪਿਆਰੇ ਤਰੀਕੇ ਨਾਲ ਕਿਹਾ, ਐਵਰੀਥਿੰਗ ਇਜ਼ ਅ ਪ੍ਰੋਬਲਮ, ਈਵਨ ਸੈਕਸ ਇਜ਼ ਅ ਪ੍ਰੋਬਲਮ। ਕਿਉਂਕਿ ਅਸੀਂ ਜੀਵਨ ਨੂੰ ਨਹੀਂ ਜਾਣਦੇ, ਇਸ ਮੈਨੂਅਲ ਨੂੰ ਸਟੱਡੀ ਨਹੀਂ ਕੀਤਾ ਹੈ। ਬਿਨਾਂ ਮੈਨੂਅਲ ਨੂੰ ਜਾਣੇ ਅਸੀਂ ਇੱਕ ਇਲੈਕਟ੍ਰੋਨਿਕ ਗੈਜਟ ਨੂੰ ਲੈ ਕੇ ਉਹਦਾ ਖਿਡੌਣਾ ਬਣਾ ਦਿੱਤਾ ਹੈ। ਲੋਕਨ ਰਾਮ ਖਿਡੌਣਾ ਜਾਣੇ, ਇੱਕ ਗੇਮ ਬਣਾ ਦਿੱਤਾ ਹੈ ਜਿਹਦੀ ਸਾਨੂੰ ਸਮਝ ਹੀ ਨਹੀਂ ਹੈ। ਇਸ ਕਰਕੇ ਉਹਦਾ ਹਰ ਪਹਿਲੂ ਇੱਕ ਮੁਸੀਬਤ ਦੀ ਤਰ੍ਹਾਂ ਸਾਹਮਣੇ ਆ ਜਾਂਦਾ ਹੈ। ਜਦੋਂ ਗੁਰਬਾਣੀ ਪੜ੍ਹੀਏ, ਗੁਰਬਾਣੀ ਦੇਖੀਏ, ਗੁਰਬਾਣੀ ਵਿਚਾਰੀਏ, ਤਾਂ ਉਸ ਤੋਂ ਕੁਝ ਸਮਝ ਆਉਂਦੀ ਹੈ। ਜਿਹੜੀ ਇਹ ਗੱਲ ਮਾਇਆ ਦੀ ਗੁਰੂ ਅਮਰਦਾਸ ਮਹਾਰਾਜ ਆਨੰਦ ਦੇ ਵਿੱਚ ਪ੍ਰਗਟ ਕਰ ਰਹੇ ਹਨ ਔਰ ਅੱਜ ਦੇ ਪਦੇ ਵਿੱਚ ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਵੀ ਖੋਲ੍ਹਣਗੇ। ਜੀਵਨ ਦਾ ਰਸ ਕਿੱਥੇ ਹੈ? ਅੱਜ ਦੇ ਪਦੇ ਵਿੱਚ ਇਹ ਗੱਲ ਸਾਹਿਬ ਖੋਲ ਰਹੇ ਹਨ। ਨਾਮ ਰਸਾਇਣ ਏਕਾ ਬੇਦਨ ਦੂਜੇ ਵਿਆਪੀ, ਨਾਨ ਰਸਾਇਣ ਵਿਸਰਿਆ। ਨਾਮ ਇੱਕ ਰਸਾਇਣ ਹੈ, ਰਸ ਹੈ। ਇਹਨੂੰ ਵਿਚਾਰਾਂਗੇ। ਇਹ ਬੜੀ ਪਿਆਰੀ ਗੱਲ ਹੈ। ਇਹ ਸਾਨੂੰ ਸਮਝਾਏਗਾ
ਕਿ ਇਹ ਜਿਹੜੇ ਇਸ਼ੂਜ਼ ਜਿਨ੍ਹਾਂ 'ਚ ਸਾਨੂੰ ਰਸ ਆਉਂਦਾ ਹੈ, ਉਹਨਾਂ 'ਚੋਂ ਸੈਕਸ ਵੀ ਇੱਕ ਹੈ। ਇਹਦਾ ਦਰਅਸਲ ਸੋਰਸ ਕੀ ਹੈ? ਅਸੀਂ ਇੱਕ ਸੋਰਸ ਤੋਂ ਕੁਝ ਲੈ ਰਹੇ ਹਾਂ। ਇੱਕ ਪਾਣੀ ਦੇ ਬਹਿੰਦੀ ਦਰਿਆ 'ਚੋਂ ਅਸੀਂ ਇੱਕ ਪਾਈਪ ਕੱਢ ਕੇ 1 ਇੰਚੀ ਦਾ ਪਾਈਪ ਲਗਾ ਕੇ ਪਾਣੀ ਕੱਢ ਲਿਆ, ਔਰ ਉਹ ਦਰਿਆ 100 ਫੁੱਟ ਡੂੰਘਾ 100 ਫੁੱਟ ਗਹਿਰਾ ਚੌੜਾ ਹੈ। ਅਸੀਂ ਉਸ ਪਾਈਪ ਨੂੰ ਹੀ ਆਪਣਾ ਜੀਵਨ ਸਮਝ ਕੇ ਬੈਠ ਗਏ, ਜਦ ਕਿ ਬਹੁਤ ਦੂਰ ਨਹੀਂ ਹੈ। ਉਹ ਜਿਹੜਾ ਪ੍ਰੇਮ ਦਾ ਸੋਮਾ ਜਿੱਥੋਂ ਇਹ ਪਾਈਪ ਪਾਣੀ ਦਾ ਆ ਰਿਹਾ ਹੈ, ਉਹ ਬਹੁਤਾ ਦੂਰ ਨਹੀਂ ਹੈ ਸਾਡੇ ਤੋਂ। ਅਸੀਂ ਉਸ ਨੂੰ ਜਾਣ ਸਕਦੇ ਹਾਂ, ਸਾਰੇ ਨੂੰ ਜਾਣ ਸਕਦੇ ਹਾਂ, ਉਸ ਸੋਰਸ ਨੂੰ ਜਾਣ ਸਕਦੇ ਹਾਂ ਜਿੱਥੋਂ ਰਸ ਆ ਰਿਹਾ ਹੈ, ਪਰ ਅਸੀਂ ਉਹਦੇ ਕਾਰਨਾਂ ਨਾਲ ਜੁੜ ਜਾਂਦੇ ਹਾਂ। ਲੱਗਦਾ ਇਸ ਤਰ੍ਹਾਂ ਹੀ ਹੈ ਬਾਣੀ ਨਾਲ। ਜਿਸ ਕਾਰਨ ਕਰਕੇ ਉਹ ਰਸ ਆ ਰਿਹਾ ਹੈ, ਅਸੀਂ ਉਸ ਕਾਰਨ ਨੂੰ ਸੋਰਸ ਸਮਝ ਲੈਂਦੇ ਹਾਂ, ਜਦ ਕਿ ਰਸ ਉੱਥੋਂ ਨਹੀਂ ਆ ਰਿਹਾ। ਰਸ ਤਾਂ ਜੀਵਨ ਵਿੱਚ ਹੈ ਹੀ, ਔਰ ਉਹ ਨਾਮ ਹੈ। ਕੁਛ ਨਾ ਵੀ ਕਰਾਂਗੇ, ਉਹ ਰਸ ਆ ਜਾਏਗਾ। ਜ਼ੈਨ ਬੁੱਧਿਜ਼ਮ ਵਿੱਚ ਜ਼ਾਜ਼ੈਨ ਦੀ ਗੱਲ ਬੜੀ ਪਿਆਰੀ ਹੈ। ਉਹ ਕਹਿੰਦੇ ਨੇ ਕੁਛ ਨਾ ਕਰ, ਬਸ ਬੈਠ ਜਾ। ਜ਼ਾਜ਼ੈਨ, ਜਸਟ ਸਿਟਿੰਗ। ਭਾਵ ਕੀ ਹੈ? ਬਸ ਬੈਠ ਕੇ ਦੇਖ ਲੈ ਕਿ ਤੂੰ ਨਹੀਂ ਹੈ ਸੱਚ। ਆਪਣੇ ਤੋਂ ਪਰੇ ਚਲੇ ਜਾ, ਦੇਖ ਉੱਥੇ ਸੋਮਾ ਬਹਿੰਦਾ ਹੈ ਆਨੰਦ ਦਾ। ਇਹ ਹੈ ਰਸ। ਔਰ ਜਦੋਂ ਸਾਨੂੰ ਰਸ ਦਾ ਸੋਮਾ ਮਿਲ ਜਾਏਗਾ, ਫਿਰ ਅਸੀਂ ਉਸ 1 ਇੰਚੀ ਦੇ ਪਾਣੀ ਦੇ ਬਹਾਵ ਤੋਂ ਇਫੈਕਟ ਨਹੀਂ ਕਰ ਪਾਵੇਗਾ ਸਾਨੂੰ, ਕਿਉਂਕਿ ਅਸੀਂ ਨਦੀ ਦਾ ਰਸ ਜਾਣ ਲਿਆ। ਫਿਰ ਭਾਵੇਂ ਅਸੀਂ ਉਸ 'ਚੋਂ ਪਾਣੀ ਲੈ ਵੀ ਲਈਏ, ਉਹ ਸਾਨੂੰ ਬਹੁਤਾ ਜ਼ਿਆਦਾ ਪਰੇਸ਼ਾਨ ਨਹੀਂ ਕਰੇਗਾ, ਅਟੈਚਮੈਂਟ ਨਹੀਂ ਰਹੇਗੀ ਉਹਦੇ ਨਾਲ। ਕਾਰਨ ਕਰਕੇ ਅਟੈਚ ਨਹੀਂ ਰਵਾਂਗੇ। ਫਰੋਇਡ ਦੇ ਇਸ ਐਕਸਪੀਰੀਅੰਸ ਦੀ ਗੱਲ ਗੁਰਬਾਣੀ ਤੋਂ ਜਦੋਂ ਵਿਚਾਰੀਏ ਤਾਂ ਇਹ ਸੱਚ ਲੱਗਦੀ ਹੈ ਇੱਕ ਪਹਿਲੂ ਤੋਂ। ਹਉਮੈ ਦੇ ਮਨ ਵਿੱਚ ਸਟਿਮੂਲੈਂਟ ਸੈਕਸ ਇੱਕ ਪ੍ਰਾਈਮਲ ਐਨਰਜੀ ਹੈ, ਬਿਲਕੁਲ ਠੀਕ ਹੈ, ਹਉਮੈ ਦੇ ਵਿੱਚ। ਪਰ ਹਉਮੈ ਤੋਂ ਪਰੇ ਕੀ ਹੈ? ਇਹ ਗੱਲ ਵਿਚਾਰਨੀ ਹੈ। ਹਉਮੈ ਤੋਂ ਪਰੇ ਕੋਈ ਜੀਵਨ ਹੈ ਤਾਂ ਉੱਥੇ ਸਟਿਮੂਲੈਂਟ ਕੀ ਹੈ? ਹੁਣ ਇੱਥੇ ਸਾਰਾ ਭੇਦ ਆ ਜਾਂਦਾ ਹੈ, ਕਿਉਂਕਿ ਅਸੀਂ ਜਦੋਂ ਜੀਵਨ ਦੀ ਰੋਜ਼ਮर्रा ਜੀਵਨ ਵਿੱਚ ਉਲਝਦੇ ਹਾਂ ਤੇ ਉਹਦੇ ਵਿੱਚ ਇੱਕ ਸੈਕਸ, ਇੱਕ ਬੈਲੈਂਸ ਐਨਰਜੀ ਬਣੀ ਹੈ, ਜਿਹਨੂੰ ਐਕਸਪੀਰੀਅੰਸ ਕਰਕੇ ਅਸੀਂ ਚਾਰਜ ਹੋ ਜਾਂਦੇ ਹਾਂ। ਪਰ ਉਸ ਐਨਰਜੀ ਦਾ ਜਿਹੜਾ ਸਰੋਤ ਹੈ, ਉਹ ਉਹੀ ਸਰੋਤ ਹੈ ਜਿਹੜਾ ਨਿਰੰਕਾਰ ਹੈ। ਸੈਕਸ ਕਾਰਨ ਹੋ ਸਕਦਾ ਹੈ, ਪਰ ਉਹਦਾ ਰਸ ਨਾਮ ਤੋਂ ਹੀ ਆ ਰਿਹਾ ਹੈ। ਅਗਰ ਅਸੀਂ ਉਸ ਨਾਮ ਨਾਲ ਜੁੜ ਜਾਵਾਂਗੇ ਤਾਂ ਸੈਕਸ ਦੀ ਪਕੜ ਜਿਹੜੀ ਹੈ ਘਟ ਜਾਏਗੀ। ਇਹ ਲੱਗਦਾ ਹੈ ਮੈਨੂੰ, ਮੈਂ ਆਪਣੇ ਐਕਸਪੀਰੀਅੰਸ ਤੋਂ ਨਹੀਂ ਕਹਿ ਰਿਹਾ, ਬਾਣੀ ਤੋਂ ਕਹਿਣਾ। ਇਸ ਪਦੇ ਵਿੱਚ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਸਭ ਕੁਝ ਇੱਕੋ ਜਗ੍ਹਾ ਤੋਂ ਉਪਜ ਰਿਹਾ ਹੈ। ਸਾਚੋ ਉਪਜੇ ਸਾਚ ਸਮਾਵੇ, ਔਰ ਉਹਦੇ ਵਿੱਚ ਹੀ ਸਮਾ ਜਾਏਗਾ। ਹੁਣ ਅਗਰ ਇਹਨਾਂ ਦੋਨਾਂ ਥਾਟਸ ਨੂੰ ਅਸੀਂ ਧਿਆਨ 'ਚ ਰੱਖੀਏ ਕਿ ਸੱਚ ਤੋਂ ਅਸੀਂ ਉਪਜੇ ਹਾਂ ਔਰ ਸੱਚ ਦੇ ਵਿੱਚ ਸਮਾ ਜਾਵਾਂਗੇ, ਤੇ ਜਿਹੜਾ ਵਿੱਚ ਟ੍ਰਾਂਜ਼ੀਐਂਟ ਫੇਜ਼ ਹੈ, ਉਹ ਮੀਨਿੰਗ ਕਿਤਨਾ ਕੁ ਰੱਖਦਾ ਹੈ। ਫਿਰ ਸਾਹਿਬ ਨੇ ਦਇਆ ਸ਼ਬਦ ਵਰਤ ਰਿਹਾ ਧਰਮ ਦੇ ਨਾਲ। ਤੌਲ ਧਰਮ ਦਇਆ ਕਾ ਪੂਤ। ਇਹ ਨਿਰੰਕਾਰ ਦੀ ਦਇਆ ਹੈ ਕਿ ਅਸੀਂ ਹਾਂ। ਉਹਦਾ ਹੁਕਮ ਹੈ ਕਿ ਮੈਂ ਔਰ ਤੁਸੀਂ ਜਨਮ ਲੈ ਕੇ ਹਾਜ਼ਰ ਹਾਂ। ਇਹ ਉਹਦਾ ਹੁਕਮ ਹੈ, ਆਰਡਰ ਹੈ। ਅਗਰ ਉਹਦੀ ਮਰਜ਼ੀ ਨਾ ਹੋਏ ਤਾਂ ਨਾ ਤੁਸੀਂ ਰਹਿ ਸਕਦੇ ਹੋ, ਨਾ ਮੈਂ ਰਹਿ ਸਕਦਾ। ਇਹ ਸਭ ਉਹਦਾ ਆਰਡਰ ਹੈ। ਉਹ ਸੱਚਾ ਹੈ। ਮੈਂ ਔਰ ਮੇਰਾ ਹੰਕਾਰ ਇਹ ਝੂਠਾ ਹੈ। ਮੈਂ ਆਪ ਨਾਲ ਪਹਿਲਾਂ ਗ੍ਰੀਕ ਥਾਟ ਦੀ ਪਰਸੋਨਾ ਸ਼ਬਦ ਦੀ ਵੀ ਵਿਚਾਰ ਰੱਖੀ ਸੀ। ਪਰਸਨੈਲਿਟੀ ਤੋਂ ਬਣਿਆ ਪਰਸੋਨਾ। ਗ੍ਰੀਕ ਪਲੇ ਦੇ ਵਿੱਚ ਉਹ ਆਪਣੇ ਸਾਹਮਣੇ ਇੱਕ ਮੂੰਹ ਰੱਖਦੇ ਹਨ ਬਣਾਇਆ ਝੂਠਾ, ਤਾਂ ਕਿ ਅਸਲ ਮੂੰਹ ਛਿਪਿਆ ਰਹੇ। ਉਸ ਨੂੰ ਪਰਸੋਨਾ ਕਹਿੰਦੇ ਹਨ। ਉੱਥੋਂ ਪਰਸਨੈਲਿਟੀ ਸ਼ਬਦ ਬਣਿਆ ਹੈ। ਦਰਅਸਲ ਗੱਲ ਕੀ ਹੈ ਕਿ ਵੈਸਟ ਦਾ ਸਾਰਾ ਅੱਜ ਦਾ ਥਾਟ ਗ੍ਰੀਕ ਥਾਟ ਤੋਂ ਡੋਮੀਨੇਟਡ ਹੈ। ਇਸ ਕਰਕੇ ਵੈਸਟ ਦੀ ਕਾਫੀ ਸੋਚ ਜਿਹੜੀ ਹੈ ਉਹ ਕੌਨਫਲਿਕਟ ਵਿੱਚ ਆ ਗਈ ਹੈ, ਕਿਉਂਕਿ ਜਿਹੜਾ ਲੋਗੋਸ ਹੈ, ਲੋਗੋਸ ਗ੍ਰੀਕ ਥਾਟ ਦੀ ਲੌਜਿਕ ਤੋਂ ਬਣਿਆ ਰੂਟ ਵਰਡ ਲੋਗੋਸ ਹੈ। ਗ੍ਰੀਕ ਅਗਰ ਤੁਸੀਂ ਲਿਟਰੇਚਰ ਪੜ੍ਹੋਗੇ
ਤਾਂ ਉਹਦੇ ਵਿੱਚ ਇੱਕ ਲੋਗੋਸ ਦੇ ਜ਼ਰੀਏ ਉਹ ਆਪਣੇ ਸੱਤ ਨੂੰ ਅਰਾਈਵ ਹੁੰਦੇ ਹਨ। ਲੋਗੋਸ ਦਾ ਮਤਲਬ ਨਿਰੰਕਾਰ ਦਾ ਇੱਕ ਰੂਪ ਹੈ, ਉਸ ਤੋਂ ਇੰਸਪਾਇਰ ਹੋ ਕੇ ਮੈਥਡ ਲੋਗੋਸ ਹੈ। ਤਰਕ ਔਰ ਵਿਤਰਕ ਤੋਂ, ਅਗਰ ਯੂਕਲਿਡੀਅਨ ਜਿਓਮੈਟਰੀ ਤੁਸੀਂ ਕਦੇ ਪੜ੍ਹੋ ਕਿ ਕਿਸ ਤਰ੍ਹਾਂ ਉਹਨੇ ਪਾਇਥਾਗੋਰਸ ਥਿਊਰਮ 'ਤੇ ਅਰਾਈਵ ਹੋਇਆ, ਤਾਂ ਵਿਚਾਰਾਂ ਨਾਲ ਹੋਇਆ। ਉਹਨੂੰ ਵਿਚਾਰਿਆ, ਉਹਦੇ 'ਚ ਤਰਕ ਕੀਤਾ, ਵਿਤਰਕ ਕੀਤਾ, ਫਿਰ ਪਾਇਥਾਗੋਰਸ ਦੇ ਥਿਊਰਮ ਪ੍ਰੂਵ ਹੋਇਆ ਬਾਈ ਆਬਜ਼ਰਵੇਸ਼ਨ ਐਂਡ ਲੋਗੋਸ। ਸੋ ਉੱਥੋਂ ਬਣਿਆ ਵਰਡ ਲੌਜਿਕ। ਇਹ ਹੁਣ ਸਾਡੇ ਸਾਰਿਆਂ ਦਾ ਵੀ ਕੌਨਫਲਿਕਟ ਬਣਿਆ। ਇਹ ਚੀਜ਼ ਮੈਂ ਕੱਲ੍ਹ ਸੋਚਦਾ ਸੀ ਆਪਣੇ ਆਪ ਵਿੱਚ, ਕਿਉਂਕਿ ਅਸੀਂ ਹੁਣ ਲੌਜਿਕ ਲੱਭਦੇ ਹਾਂ ਬਾਣੀ ਦੇ ਵਿੱਚ। ਬਾਣੀ ਅਧਿਆਤਮ ਦਾ ਇੱਕ ਇਹੋ ਜਿਹਾ ਰਿਫਲੈਕਸ਼ਨ ਹੈ ਜਿਹੜਾ ਆਪਣੇ ਆਪ 'ਚ ਐਬਸੋਲੂਟ ਹੈ, ਪਰ ਉਸ ਨੂੰ ਅਸੀਂ ਲੌਜੀਕਲੀ ਡਿਫਾਈਨ ਕਰਨਾ ਚਾਹੁੰਦੇ ਹਾਂ। ਅਸੀਂ ਉਹਦੇ ਵਿੱਚ ਉਹ ਟੂਲਸ ਯੂਜ਼ ਕਰ ਰਹੇ ਹਾਂ ਜਿਹੜੇ ਅਸੀਂ ਆਪਣੇ ਹੁਣ ਕੰਡੀਸ਼ਨਡ ਮਾਈਂਡ ਵਿੱਚ ਸਾਨੂੰ ਐਕਸਪੋਜ਼ ਹੋਏ ਹਨ। ਇਸ ਕਰਕੇ ਅਸੀਂ ਪੂਰੀ ਤਰ੍ਹਾਂ ਬਾਣੀ ਵਿੱਚ ਉਤਰ ਨਹੀਂ ਪਾਉਂਦੇ, ਕਿਉਂਕਿ ਐਕਸੈਪਟੈਂਸ ਜਿਹੜਾ ਬਾਣੀ ਦਾ ਕੀ ਰੋਲ ਹੈ, ਆਪਣੇ ਆਪ ਨੂੰ ਗੇਰ ਦੇਣਾ, ਆਪਣੇ ਹੰਕਾਰ ਨੂੰ ਪਾਸੇ ਕਰ ਦੇਣਾ। ਵਸਤੂ ਅੰਦਰ ਵਸ ਸਮਾਵੇ, ਦੂਜੀ ਹੋਵੇ ਪਾਸ। ਇੱਕ ਵਸਤੂ ਦੇ ਅੰਦਰ ਇੱਕ ਵਸਤੂ ਤਾਂ ਸਮਾ ਸਕਦੀ ਹੈ ਜੇ ਦੂਜੀ ਨਾ ਹੋਏ ਉਹਦੇ ਵਿੱਚ। ਪਰ ਮੇਰੇ ਮਨ ਦੇ ਵਿੱਚ ਤਾਂ ਦੂਜਾ ਹੀ ਹੈ, ਤਾਂ ਨਿਰੰਕਾਰ ਕਿਵੇਂ ਸਮਾ ਸਕਦਾ ਹੈ? ਮੈਂ ਮਨ ਨੂੰ ਖਾਲੀ ਨਹੀਂ ਕਰ ਪਾ ਰਿਹਾ। ਕੱਲ੍ਹ ਕਿਸੇ ਨੇ ਮੈਨੂੰ ਵੈਸੇ ਫੋਨ ਕੀਤੀ, ਮੈਨੂੰ ਯਾਦ ਆਈ ਗੱਲ ਕਿ ਇਹ ਚਾਈਨੀਜ਼ ਫੈਂਗਸ਼ੂ ਵਿੱਚ ਬੈਂਬੂ ਨੂੰ ਬੜਾ ਮੰਨਦੇ ਹੈ। ਹੁਣ ਅਸੀਂ ਲੋਕ ਇੰਨੇ ਅੰਨੇ ਹੋ ਗਏ ਹਾਂ, ਸਾਨੂੰ ਗੱਲ ਸਮਝ ਨਹੀਂ ਆਉਂਦੀ, ਅਸੀਂ ਉਹਨੂੰ ਬਲਾਈਂਡਲੀ ਫੋਲੋ ਕਰਦੇ ਹਾਂ। ਚਾਈਨਾ ਵਿੱਚ ਬੈਂਬੂ ਨੂੰ ਕਿਉਂ ਮੰਨਿਆ ਜਾਂਦਾ ਹੈ? ਉਹਦੇ ਦੋ ਮੁੱਖ ਕਾਰਨ ਹਨ। ਇੱਕ ਤਾਂ ਬੈਂਬੂ ਫਲੈਕਸੀਬਲ ਹੈ, ਮੁੜ ਜਾਂਦਾ ਹੈ, ਟੁੱਟਦਾ ਨਹੀਂ ਹੈ। ਇਹ ਬੜੀ ਅੱਛੀ ਕੁਆਲਿਟੀ ਹੈ। ਇਹ ਚੇਂਜ ਦੀ ਐਕਸੈਪਟੈਂਸ ਦੀ ਕੁਆਲਿਟੀ ਹੈ। ਜੀਵਨ ਵਿੱਚ ਅਗਰ ਮੈਂ ਫਲੈਕਸੀਬਲ ਹੋ ਜਾਂਦਾ ਹਾਂ ਤਾਂ ਮੈਂ ਟੁੱਟਾਂਗਾ ਨਹੀਂ। ਮੈਂ ਚੇਂਜ ਨੂੰ ਐਕਸੈਪਟ ਤਾਂ ਕਰ ਸਕਦਾ ਹਾਂ ਜੇ ਮੈਂ ਥਿਰਤਾ ਨੂੰ ਜਾਣਦਾ ਹਾਂ। ਓਨਲੀ ਵੈਨ ਆਈ ਨੋ ਸਟੇਬਿਲਿਟੀ ਕੈਨ ਆਈ ट्रांसफर थ्रू इंस्टेबिलिटी विदाउट बीइंग वरिड। आप समझ सकते हो, मेरा पैर एक थिर जगह के उत्ते फिक्स हो चुके, हुण भूचाल आएगा मैनू नहीं हिला पाएगा, पर मैं हवा विच हाँ, पैर मेरे धरती नाल जुड़े नहीं हैं, हवा मैनू उड़ा सकती है। इस तरह मैं जदों चेंज दे विच अनचेंजिंग नू जान के चेंज दे विच उतरदा हाँ तां उहदा मेरा पहलू कुछ होर होएगा। पर अगर मैं अनचेंजिंग नू नहीं जानता तो मैं चेंज ही बन जावांगा। यही साडे नाल हुंदा है। जिहड़ा दूजा पक्ष है जीवन का, वो असी इन्ना अपने अंदर भर लिया है कि निरंकार तो बहुत दूर निकल गए हैं। और बाणी दे जिहड़े मुख टूल्स हैं जिन्हां नाल असी बाणी विच उतरना है, वो साडे तो दूर चले गए, क्योंकि साडे मन की बनत जिहड़ी है, कंडीशनड माइंड का स्ट्रक्चर बदली हो गया है। ਉਹਦੇ ਵਿੱਚ ਚੇਂਜ ਦੀ ਐਕਸੈਪਟੈਂਸ ਬਹੁਤ ਜਲਦੀ ਨਹੀਂ ਹੁੰਦੀ ਹੈ, ਔਰ ਚੇਂਜ ਨੂੰ ਨਾ ਐਕਸੈਪਟ ਕਰਨਾ ਟੁੱਟਣ ਦਾ ਇੱਕ ਹੋਰ ਰਸਤਾ ਹੈ। ਦੂਜਾ ਕਾਰਨ ਬੈਂਬੂ ਕਿਉਂ ਚਾਈਨਾ ਪੂਜਦਾ ਹੈ, ਕਿਉਂਕਿ ਬੈਂਬੂ ਅੰਦਰੋਂ ਖਾਲੀ ਹੁੰਦਾ ਹੈ। ਵਸਤੂ ਅੰਦਰ ਵਸ ਸਮਾਵੇ, ਦੂਜੀ ਹੋਵੇ ਪਾਸ। ਉਹਦੇ ਅੰਦਰ ਖਾਲੀਪਨ ਹੈ ਤਾਂ ਉਹਦੇ 'ਚ ਨਿਰੰਕਾਰ ਵਸ ਸਕਦਾ ਹੈ। ਮੇਰੇ ਮਨ ਦੀ ਅਵਸਥਾ ਅਗਰ ਇਹੋ ਜਿਹੀ ਹੋ ਜਾਏ ਤਾਂ ਹੀ ਨਿਰੰਕਾਰ ਮੇਰੇ ਅੰਦਰ ਆ ਸਕੇਗਾ, ਤਾਂ ਹੀ ਮੈਂ ਨਿਰੰਕਾਰ ਨੂੰ ਜਾਣ ਪਾਵਾਂਗਾ। ਆਪਣੀ ਮੂਵਿੰਗ ਥਾਟਸ ਤੋਂ ਪਰੇ ਜਾ ਕੇ ਮੈਂ ਮਿਲ ਸਕਦਾ ਹਾਂ ਉਸ ਨੂੰ, ਪਰ ਤਾਂ ਜਦੋਂ ਆਪਣੇ ਆਪ ਨੂੰ ਖਾਲੀ ਕਰ ਲਵਾਂਗਾ। ਜੇ ਮੇਰਾ ਮਨ ਭਰਿਆ ਰਹੇਗਾ ਫਿਰ ਮੈਂ ਕਦੇ ਵੀ ਨਹੀਂ ਪਾ ਪਾਵਾਂਗਾ। ਐਸੇ ਕਰਕੇ ਬਾਦਫਾ ਇਹ ਪ੍ਰਸ਼ਨ ਸਾਹਮਣੇ ਆਉਂਦਾ ਹੈ, ਮਨ ਨਹੀਂ ਖਿਰਦਾ, ਬਾਣੀ ਵਿੱਚ ਲੱਗਦਾ ਨਹੀਂ ਮਨ। ਥਾਟਸ ਇਤਨੀਆਂ ਜ਼ਿਆਦਾ ਭਰੀਆਂ ਹਨ। ਗੁਰਜੈਫ ਇੱਕ ਵੈਸਟ ਦਾ ਜਰਮਨ ਸਪਿਰਿਚੁਅਲਿਸਟ ਹੋਇਆ ਆਪਣੇ ਸਮੇਂ ਦਾ। ਉਹ ਇਹ ਕਹਿੰਦਾ ਹੈ ਕਿ ਮੈਂ ਜਦੋਂ ਮੇਰੇ ਕੋਲ ਕੋਈ ਬਹੁਤਾ ਪੜ੍ਹਿਆ ਲਿਖਿਆ ਆਉਂਦਾ ਸੀ ਤਾਂ ਮੈਂ ਉਸ ਤੋਂ ਇਹੋ ਜਿਹੇ ਕਾਰਜ ਕਰਾਉਂਦਾ ਸੀ ਜਿਨ੍ਹਾਂ ਵਿੱਚ ਕੋਈ ਵੀ ਸੋਚ ਦੀ ਲੋੜ ਨਹੀਂ ਹੈ। ਇੱਕ ਬੜੀ PhD ਲੇਡੀ ਤੋਂ ਉਸਨੇ 6 ਦਿਨ ਰੋੜੀਆਂ ਕੁਟਵਾਈਆਂ, ਰੋੜੀ ਕੁੱਟ।
ਔਰ 6 ਦਿਨਾਂ ਬਾਅਦ ਉਹ ਬੀਬੀ ਉਹਦੇ ਕੋਲ ਆ ਕੇ ਬੋਲੀ, ਮੇਰਾ ਮਨ ਬੜਾ ਸ਼ਾਂਤ ਹੋ ਗਿਆ, ਕਿਉਂਕਿ ਜਿਸ ਕਾਰਜ ਵਿੱਚ ਮੈਂ ਆਪਣੇ ਮਨ ਦੀ ਉਲਝਣ ਤੋਂ ਗੇਰ ਗਿਆ, ਥਾਟਸ ਤੋਂ ਪਰੇ ਚਲਾ ਗਿਆ, ਜਿਹੜੀ ਕਨਫਿਊਜ਼ਨਸ ਮੇਰੀਆਂ ਹਨ ਉਹਨਾਂ ਨੂੰ ਮੈਂ ਚਾਰਜ ਕਰਦਾ ਹਾਂ ਆਪਣੇ ਮਨ ਤੋਂ ਹੀ। ਆਪਣੀ ਮੁਸੀਬਤਾਂ ਦਾ ਚਾਰਜ ਮੇਰੇ ਮਨ ਦਾ ਮੈਂ ਆਪਣੇ ਆਪ ਹੀ ਕ੍ਰੀਏਟ ਕਰਦਾ ਈਗੋ ਤੋਂ। ਹੁਣ ਇੱਥੇ ਆਪ ਦੇਖੋ, ਸਾਡੇ ਲੰਗਰ ਦੇ ਵਿੱਚ ਜਿਹੜੀ ਸੇਵਾ ਹੁੰਦੀ ਹੈ ਉਹ ਵੀ ਇਸੇ ਤਰ੍ਹਾਂ ਦਾ ਕਾਰਜ ਹੈ। ਭਾਂਡੇ ਮਾਂਜਣੇ, ਦਾਲ ਬਣਾ ਲੈਣੀ, ਆਟਾ ਗੁੰਨ ਲੈਣਾ, ਬਹੁਤੀ ਸੋਚ ਦੀ ਲੋੜ ਨਹੀਂ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਸੇਵ ਕਰਤ ਹੋਵੇ ਨਹਿ ਕਾਮੀ, ਕਾਮਨਾ ਨਹੀਂ ਰਹਿ ਜਾਂਦੀ, ਕਿਉਂ ਆਟਾ ਹੀ ਤਾਂ ਗੁੰਨਣਾ ਹੈ ਨਾ। ਮੈਂ ਕਾਫੀ ਦੇਰ ਲੰਗਰ ਦੀ ਸੇਵਾ ਵੀ ਕੀਤੀ, ਆਸ਼ਰਮ 'ਚ ਕਈ ਸਾਲ ਰਹੇ, ਮੈਨੂੰ ਕੋਈ ਖਾਣਾ ਬਣਾਉਣਾ ਨਹੀਂ ਆਉਂਦਾ ਸੀ, ਅਤੇ ਕਈ ਵਾਰ ਜਦੋਂ ਲੰਗਰੀ ਨਾ ਆਏ ਗੁਰਮੁਖਾਂ ਦਾ, ਅਤੇ ਉਹ ਮੇਰਾ ਅੱਧਾ ਪੱਕਿਆ ਖਾਣਾ ਵੀ ਖਾ ਲੈਂਦੇ ਸਨ, ਨਾ ਮੈਨੂੰ ਬਣਾਉਣਾ ਆਉਂਦਾ। ਪਰ ਸੇਵਾ ਬੜੇ ਸਾਧਾਰਨ ਜਿਹੇ ਕੰਮਾਂ ਦੀ ਸੇਵਾ ਮਨ ਨੂੰ ਬੜਾ ਸ਼ਾਂਤ ਕਰਦੀ ਹੈ, ਕਿਉਂਕਿ ਮਨ ਗਿਰ ਜਾਂਦਾ ਹੈ। ਉੱਥੇ ਮੈਨੂੰ ਥਾਟਸ ਦੀ ਯੂਟਿਲਿਟੀ ਨਹੀਂ ਹੈ, ਤਾਂ ਥਾਟਸ ਤੋਂ ਪਰੇ ਚਲਾ ਜਾਂਦਾ ਹੈ। ਜੋੜਿਆਂ ਦੀ ਸੇਵਾ ਕਰ ਲੈਣੀ, ਜੋੜੇ ਸਾਫ਼ ਕਰ ਦੇਣੇ, ਕੋਈ ਜ਼ਿਆਦਾ ਸੋਚ ਦੀ ਲੋੜ ਨਹੀਂ ਹੈ। ਪਰ ਅੱਜ ਅਸੀਂ ਉਸ ਨੂੰ ਵੀ ਕੰਪਲਿਕੇਟਡ ਬਣਾ ਲਿਆ ਹੈ, ਅਸੀਂ ਉਸ ਨੂੰ ਵੀ ਹੰਕਾਰ ਦਾ ਕਾਰਨ ਬਣਾ ਲਿਆ। ਤਾਂ ਫਿਰ ਜੇ ਸਾਡੇ ਜੋੜਿਆਂ ਦੇ ਇਲਾਕੇ 'ਚ ਕੋਈ ਨਵਾਂ ਸੇਵਾਦਾਰ ਆ ਜਾਏ ਤਾਂ ਲੜਾਈ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਹ ਵੀ ਇੱਕ ਜਾਇਦਾਦ ਬਣ ਕੇ ਰਹਿ ਗਈ। ਉੱਥੇ ਵੀ ਮਨ ਨੇ ਆਪਣਾ ਪਹਿਰਾ ਜਪਾ ਲਿਆ। ਇੱਥੇ ਮੈਂ ਝਾੜੂ ਦਿੰਦਾ ਹਾਂ, ਤੂੰ ਕਿਵੇਂ ਆਇਆ ਹੈ, ਉੱਥੇ ਵੀ ਮਨ ਖੜਾ ਹੋ ਗਿਆ, ਉੱਥੇ ਵੀ ਮਨ ਨੇ ਆਪਣੇ ਹੰਕਾਰ ਨੂੰ ਪ੍ਰਗਟ ਕਰ ਦਿੱਤਾ। ਗੱਲ ਤਾਂ ਸਾਰੀ ਹੰਕਾਰ ਤੋਂ ਪਰੇ ਜਾਣ ਦੀ ਹੈ। ਅਸੀਂ ਸੇਵਾ ਵਿੱਚ ਵੀ ਹੰਕਾਰ ਖੜਾ ਕਰ ਲਿਆ ਤਾਂ ਸੇਵਾ ਨਹੀਂ ਰਹਿ ਗਈ, ਉਹ ਵੀ ਇੱਕ ਜਾਇਦਾਦ ਬਣ ਗਈ, ਇੱਕ ਲੜਨ ਦਾ, ਕੌਨਫਲਿਕਟ ਦਾ ਕਾਰਨ ਬਣ ਗਈ, ਕਿਉਂਕਿ ਮਨ ਕਰਕੇ ਕੌਨਫਲਿਕਟ ਹੈ ਭਾਈ। ਤਾਂ ਇਸ ਤਰ੍ਹਾਂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਸਭ ਕੁਝ ਸੱਚ ਤੋਂ ਉਪਜਦਾ ਹੈ, ਕ੍ਰੀਏਟਰ ਉਹੀ ਹੈ, ਅਸਲ ਰਿਐਲਿਟੀ ਆਫ ਲਾਈਫ ਉਹੀ ਹੈ, ਅਸੀਂ ਔਰ ਤੁਸੀਂ ਨਹੀਂ ਹਾਂ। ਨਾ ਇਹ ਦੇਖਣ ਵਾਲਾ ਜੀਵਨ ਹੈ, ਨਾ ਇਹ ਕਾਰੋਬਾਰ ਹਨ, ਨਾ ਇਹ ਪ੍ਰਾਈਮ ਮਿਨਿਸਟਰ, ਇਹ ਕੰਟਰੀਜ਼, ਇਹ ਸਾਰੀ ਕ੍ਰੀਏਸ਼ਨ, ਇਹ ਐਬਸੋਲੂਟ ਟੈਕਸਟ ਵਿੱਚ ਕੋਈ ਮਤਲਬ ਨਹੀਂ ਰੱਖਦੀ। ਜਿਸ ਦਿਨ ਉਹ ਚਾਹੇ, ਜਬ ਆ ਕਰ ਕਹੋ ਕਬਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜਿਸ ਦਿਨ ਉਹਦਾ ਖਿਚਾਵ ਹੋਇਆ, ਇਹ ਸਾਰੀ ਕ੍ਰੀਏਸ਼ਨ ਉਹ 1 ਮਿੰਟ 'ਚ ਖਿੱਚ ਕੇ ਆਪਣੇ ਅੰਦਰ ਲੈ ਸਕਦਾ ਹੈ। ਇਹ ਉਸ ਦੀ ਕ੍ਰੀਏਸ਼ਨ ਹੈ, ਉਹਦੀ ਮਾਇਆ ਹੈ, ਉਹਦੀ ਦਇਆ ਹੈ। ਦਇਆ ਸ਼ਬਦ ਨੂੰ ਫਿਰ ਪ੍ਰੇਮ ਹੀ ਗਿਣਿਆ ਜਾਏਗਾ ਨਾ, ਇਹ ਉਹਦਾ ਪ੍ਰੇਮ ਹੈ, ਉਹਦੇ ਪ੍ਰੇਮ ਕਰਕੇ ਸਭ ਕੁਝ ਹੈ। ਇਸ ਕਰਕੇ ਉਹਦਾ ਪ੍ਰੇਮ ਇੱਕ ਚੀਟੀ ਨਾਲ ਵੀ ਉਸ ਤਰ੍ਹਾਂ ਹੀ ਹੈ ਜਿਵੇਂ ਮੇਰੇ ਔਰ ਤੁਹਾਡੇ ਨਾਲ ਹੈ। ਇਹ ਇੱਕ ਹਿਊਮਨ ਈਗੋ ਪ੍ਰਿੰਸੀਪਲ ਹੈ, ਜਿਹਦੇ ਵਿੱਚ ਇਨਸਾਨ ਕਹਿੰਦਾ ਹੈ ਕਿ ਮੈਂ ਸੈਂਟਰ ਆਫ ਲਾਈਫ ਹਾਂ। ਮੈਨੂੰ ਨਹੀਂ ਲੱਗਦਾ ਇਹ ਸੱਚ ਹੈ। ਸੈਂਟਰ ਆਫ ਲਾਈਫ ਨਿਰੰਕਾਰ ਹੈ ਔਰ ਉਹਦੀ ਕ੍ਰੀਏਸ਼ਨ ਹੈ। ਉਹਦੇ ਲਈ ਇੱਕ ਚੀਟੀ ਵੀ ਉਸੇ ਤਰ੍ਹਾਂ ਮੈਨੇ ਰੱਖਦੀ ਹੈ ਜਿਵੇਂ ਅਸੀਂ ਔਰ ਤੁਸੀਂ ਹਾਂ। ਹਾਂ, ਉਹ ਇਸ ਚੀਜ਼ ਨੂੰ ਵੀ ਵੈਲਿਊ ਕਰਦਾ ਹੈ ਕਿ ਭਾਵਨਾ ਜਿਹੜੀ ਹੈ ਉਸ ਮਾਰਗ ਤੋਂ ਸਰੀਰਕ ਰੂਪੀ ਜੀਵਨ ਵਿੱਚ ਇਹ ਐਬਿਲਿਟੀ ਹੈ ਉਸ ਨੂੰ ਐਕਸਪੀਰੀਅੰਸ ਕਰਨ ਦੀ। ਜਿਵੇਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਰਵੇਸ਼ ਸਾਨੂੰ ਕਹਿੰਦੇ ਹਨ, ਜਿਵੇਂ ਸਾਹਿਬ ਸਮਝਾਉਂਦੇ ਹਨ ਸਾਨੂੰ ਕਿ ਇਸ ਜੀਵਨ ਵਿੱਚ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਮਿਲ ਗਈ, ਮਨੁੱਖ ਦੀ ਦੇਹ ਮਿਲੀ ਹੈ ਨਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਚਾਂਸ ਹੈ, ਉਹਨੂੰ ਮਿਲ ਲੈ। ਇਹ ਕੌਣ ਕਹਿ ਸਕਦਾ ਹੈ? ਕਈ ਵਾਰ ਜੀ ਤੋਂ ਬਸ ਨਤਮਸਤਕ ਹੋਣ ਦਾ ਜੀ ਕਰਦਾ। ਕਿਵੇਂ ਸਾਹਿਬ? ਇਹ ਇੱਕ ਗੱਲ ਵਿੱਚ ਸਾਰਾ ਜੀਵਨ ਸਮਾ ਗਿਆ ਜੀ। ਅਵਰ ਕਾਜ ਤੇਰੇ ਕਿਛੇ ਨਾ ਕੰਮ। ਮੇਰੀ ਇੱਕ ਪਰਿਵਾਰ ਦਾ ਅੰਗ ਹੈ, ਕੱਲ ਵਿਚਾਰ ਚੱਲਦੀ ਸੀ, ਇਹ ਲੋਕਡਾਊਨ ਔਰ ਹੋਰ ਕਾਰਨਾਂ ਕਰਕੇ ਕੰਮ ਨਹੀਂ ਮਿਲ ਰਿਹਾ ਹੈ। ਪੈਸੇ ਦੀ ਲੋੜ ਨਹੀਂ ਹੈ, ਪਰ ਕੰਮ ਇਤਨਾ ਜ਼ਿਆਦਾ ਜੀਵਨ ਬਣ ਗਿਆ ਹੈ ਕਿ ਕੁਝ ਉਲਝਣ ਵਿੱਚ ਪੈ ਗਏ ਮਨ। ਮੈਂ ਆਪਣੇ ਆਪ ਨੂੰ
ਆਪਣੇ ਵਰਕ ਨਾਲ ਇਤਨਾ ਡਿਫਾਈਨ ਕਰ ਲਿਆ ਕਿ ਮੈਂ ਗੁੰਮ ਹੀ ਹੋ ਗਿਆ, ਵਰਕ ਨਾ ਰਿਹਾ ਤਾਂ ਮੈਂ ਕਿੱਥੇ ਹਾਂ। ਇਹ ਸਾਡੇ ਸਾਰਿਆਂ ਦਾ ਜੀਵਨ ਦਾ ਇਹੀ ਹਾਲਤ ਹੈ। ਅਸੀਂ ਆਪਣੇ ਇਨਵਾਇਰਮੈਂਟ ਨਾਲ ਆਪਣੇ ਆਪ ਨੂੰ ਜਾਣਦੇ ਹਾਂ। ਜੇ ਅਸੀਂ ਇਨਵਾਇਰਮੈਂਟ ਬਦਲ ਦਿਆਂਗੇ ਓਵਰਨਾਈਟ ਤਾਂ ਸਾਨੂੰ ਸਮਝ ਨਹੀਂ ਆਏਗੀ ਅਸੀਂ ਕੌਣ ਹਾਂ। ਮਾਤਾ ਜੀ ਮੇਰੇ ਬਿਮਾਰ ਹੋਏ ਪਿੱਛੇ, ICU ਦੇ ਵਿੱਚ ਡਿਸਓਰੀਐਂਟ ਹੋ ਗਏ। ਡਾਕਟਰ ਨੇ ਕਿਹਾ ਤੇ ਹੁੰਦਾ ਹੈ, ਬੜਾ ਕਾਮਨ ਹੈ। ਕਾਰਨ ਕਿਉਂਕਿ ਸਾਨੂੰ ਕੰਡੀਸ਼ਨਡ ਮਾਈਂਡ ਇਤਨੀ ਜ਼ਿਆਦਾ ਪਕੜ ਕਰਦਾ ਹੈ ਕਿ ਜਦੋਂ ਇਸ ਕੰਡੀਸ਼ਨ ਨੂੰ ਹਟਾ ਦਈਏ, ਐਨਸਥੀਸੀਆ ਤੋਂ ਬਾਅਦ ਜਦੋਂ ਬਾਹਰ ਨਿਕਲਦਾ ਇਨਸਾਨ ਤਾਂ ਉਸ ਨੂੰ ਸਮਝ ਨਹੀਂ ਆਉਂਦੀ ਮੈਂ ਹਾਂ ਕੀ। ਉਹ ਆਪਣੇ ਉਸ ਈਗੋ ਮਾਈਂਡ ਨੂੰ ਲੱਭਦਾ ਹੈ ਜਿਹਦੇ ਨਾਲ ਉਸਨੇ ਆਪਣੇ ਆਪ ਨੂੰ ਜਾਣਿਆ ਹੈ। ਈਗੋ ਮਾਈਂਡ ਦੇ ਪਰੇ ਕੁਛ ਵੀ ਨਹੀਂ ਜਾਣਿਆ। ਮਾਫ਼ ਕਰਨਾ, ਮੈਂ ਅੱਜ ਕਈ ਜਗ੍ਹਾ ਸੈਰ ਕਰਦਾ ਹਾਂ ਥਾਟਸ ਦੇ ਵਿੱਚ। ਸਾਹਿਬ ਦੀ ਬਾਣੀ ਇਹੋ ਜਿਹੀ ਹੈ, ਕੁਛ ਨਸ਼ਾ ਦੇ ਦਿੰਦੀ ਹੈ। ਆਓ ਸਾਹਿਬ ਦੀ ਇਸ ਗੱਲ ਤੋਂ ਕਿ ਜੈਸੀ ਅਗਨ ਉਦਰ ਮੇਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਗੁਰੂ ਅਮਰਦਾਸ ਸਾਹਿਬ ਦੀ ਗੱਲ ਦੇਖੋ, ਕਿੰਨੀਆਂ ਪਿਆਰੀਆਂ ਵਿਚਾਰਾਂ ਨੇ। ਇਸ ਗੱਲ ਦੀ ਫਰੋਇਡ ਨੂੰ ਸਮਝ ਨਹੀਂ ਹੈ, ਪਰ ਅੱਜ ਫਰੋਇਡ ਦੁਨੀਆ ਦਾ ਰੱਬ ਬਣਿਆ ਹੋਇਆ ਹੈ ਔਰ ਐਸੇ ਕਰਕੇ ਦੁਨੀਆ ਕੌਨਫਲਿਕਟ ਵਿੱਚ ਹੈ, ਕਿਉਂਕਿ ਮਨ ਦੇ ਅੰਦਰ ਹੀ ਮਨ ਦੇ ਸੋਲਿਊਸ਼ਨਸ ਨਹੀਂ ਹਨ, ਮਨ ਤੇ ਪਰੇ ਹਨ। ਔਰ ਸਾਰੀ ਦੁਨੀਆ ਮਨ ਦੇ ਅੰਦਰ ਹੀ ਸੋਲਿਊਸ਼ਨਸ ਲੱਭਦੀ ਪਈ ਹੈ ਔਰ ਹੋਰ ਵੱਡੇ ਕੌਨਫਲਿਕਟਸ ਖੜੀ ਕਰਦੀ ਪਈ ਹੈ, ਡਿਵੀਜ਼ਨਸ ਖੜੀ ਕਰਦੀ ਪਈ ਹੈ ਮਨ ਦੇ। ਮਨ ਦਾ ਸੋਲਿਊਸ਼ਨ, ਜੀਵਨ ਦਾ ਸੋਲਿਊਸ਼ਨ ਮਨ ਦੀ ਯੂਨੀਫਿਕੇਸ਼ਨ ਵਿੱਚ ਹੈ, ਡਿਵੀਜ਼ਨ ਵਿੱਚ ਨਹੀਂ ਹੈ। ਔਰ ਲੌਜਿਕ ਸਾਨੂੰ ਡਿਵਾਈਡ ਕਰਦਾ ਹੈ। ਗ੍ਰੀਕ ਥਾਟ ਨੇ ਲੋਗੋਸ ਨੂੰ ਵਰਤ ਕੇ ਮਨ ਦੀ ਯੂਨੀਫਿਕੇਸ਼ਨ ਲੱਭੀ ਹੈ, ਵੈਸਟਰਨ ਮਾਈਂਡ ਨੇ ਨਹੀਂ ਲੱਭੀ ਹੈ। ਅੱਜ ਮੌਲਾਨਾ ਰੂਮੀ ਦੀ ਬੜੀ ਕਦਰ ਹੈ ਵੈਸਟ ਵਿੱਚ। ਮੌਲਾਨਾ ਨੂੰ ਪਿਛਲੇ 50-60 ਸਾਲ ਵਿੱਚ ਬਹੁਤ ਅੰਗਰੇਜ਼ਾਂ ਨੇ ਸਲਾਹਾ ਹੈ। ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਜੀਵਨ ਬਾਰੇ ਐਲੀਗਰੀਜ਼ ਹਨ, ਇਹਨਾਂ ਨੂੰ ਅਸੀਂ ਐਕਸਪਲੇਨ ਨਹੀਂ ਕਰ ਪਾ ਰਹੇ ਹਾਂ ਕਿਉਂਕਿ ਮੇਰੇ ਜੀਵਨ ਵਿੱਚ ਐਕਸਪੀਰੀਅੰਸ ਨਹੀਂ ਹੈ। ਮੈਂ ਸ਼ਬਦਾਂ ਨੂੰ ਔਰ ਸ਼ਬਦ ਦੇ ਗੱਲਾਂ 'ਚ ਹੀ ਹੇਰ ਫੇਰ 'ਚ ਐਕਸਪਲੇਨ ਕਰਦਾ ਹਾਂ, ਐਕਸਪੀਰੀਐਂਸ਼ੀਅਲ ਨਹੀਂ ਕਰ ਸਕਦਾ। ਗੁਰਮੁਖਾਂ ਕੋਲ ਜਿਨ੍ਹਾਂ ਕੋਲ ਅਸੀਂ ਰਹੇ ਇੱਕ ਐਕਸਪੀਰੀਅੰਸ ਸੀ। ਇੱਕ ਦਿਨ ਕ੍ਰਿਸ਼ਨਾ ਮੂਰਤੀ ਦੀ ਕਿਤਾਬ ਪੜ੍ਹਦਾ ਸੀ ਮੈਂ ਸੇਵਾ ਵਿੱਚ, ਉਹਨਾਂ ਦੇ ਪਹਿਰੇ ਵਿੱਚ ਰਾਤ ਬਾਹਰ ਰਹਿੰਦਾ ਸੀ। ਤਾਂ ਮੈਨੂੰ ਉਹਨਾਂ ਨੇ ਕਿਹਾ, ਰੀਡ ਦ ਬੁੱਕ ਆਫ ਦ ਸੈਲਫ, ਆਪਣੇ ਮਨ ਦੀ ਕਿਤਾਬ ਪੜ੍ਹ, ਉੱਥੇ ਸਾਰੇ ਭੇਦ ਖੁੱਲ੍ਹਦੇ ਹਨ। ਹਾਂ, ਅਗਰ ਬਾਹਰ ਦੀ ਕਿਤਾਬ ਅੰਦਰ ਦੀ ਕਿਤਾਬ ਨੂੰ ਜੋੜ ਦੇ ਤਾਂ ਫਿਰ ਕੁਝ ਹੋਰ ਗੱਲ ਹੈ। ਜਿਵੇਂ ਗੁਰਬਾਣੀ ਹੈ, ਇਹਦੇ ਨਾਲ ਮੇਰੀ ਸੁਰਤ ਜੁੜ ਜਾਏ ਤਾਂ ਫਿਰ ਕੁਝ ਹੋਰ ਗੱਲ ਹੈ। ਜਿਵੇਂ ਸਾਹਿਬ ਇਸੇ ਬਾਣੀ ਵਿੱਚ ਸਾਨੂੰ ਦੱਸਦੇ ਹਨ, ਜੈਸੇ ਜਲ ਮੇਂ ਕਮਲ ਨਿਰਾਲਮ ਮੁਰਗਾਈ ਲੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਇਸ ਦੁਨੀਆ ਦੀ ਸਾਰੀ ਸਾਗਰ ਨੂੰ ਤਰਨਾ ਹੈ, ਨਾਮ ਔਰ ਸ਼ਬਦ ਔਰ ਸੁਰਤ ਦੀ ਖੇਡ 'ਚੋਂ ਤਰਨਾ ਹੈ। ਸਾਨੂੰ ਸੁਰਤ ਨਹੀਂ ਸਮਝ ਆਉਂਦੀ ਕੀ ਹੈ, ਕਿਉਂਕਿ ਡਿਵਾਈਡਡ ਥਾਟਸ ਤੋਂ ਪਰੇ ਅਸੀਂ ਕਦੇ ਗਏ ਨਹੀਂ, ਉਸ ਗਾਰਡਨ ਵਿੱਚ ਕਦੇ ਵਿਚਰੇ ਹੀ ਨਹੀਂ ਜਿੱਥੇ ਕੋਈ ਥਾਟਸ ਨਹੀਂ ਹਨ। ਮੇਰਾ ਵੀ ਇਹੀ ਹਾਲ ਹੈ। ਸ਼ਬਦ ਨੂੰ ਪੜ੍ਹਨਾ, ਸ਼ਬਦ ਨੂੰ ਵਿਚਾਰਨਾ ਮੇਰੇ ਐਕਸਪੀਰੀਅੰਸ ਵਿੱਚ ਬਹੁਤ ਜ਼ਰੂਰੀ ਗੱਲ ਹੈ। ਉਸ ਤੋਂ ਜ਼ਿਆਦਾ ਜ਼ਰੂਰੀ ਉਹਨੂੰ ਕਮਾਉਣਾ ਹੈ। ਇੱਕ ਸ਼ਬਦ ਨੂੰ ਕੋਈ ਪੜ੍ਹ ਕੇ ਕਮਾ ਲੇ, ਸਾਰਾ ਜੀਵਨ ਬਦਲ ਸਕਦਾ ਹੈ, ਨਿਰੰਕਾਰ ਨਾਲ ਜੁੜ ਸਕਦਾ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰ ਲਵਾਂ, ਕਮਾਵਾਂ ਨਾ, ਤਾਂ ਫਿਰ ਕਿੰਨਾ ਕੁ ਫਰਕ ਪੈ ਜਾਏਗਾ। ਫਰਕ ਤਾਂ ਫਿਰ ਵੀ ਜ਼ਰੂਰ ਪਏਗਾ, ਪਰ ਪੂਰਾ ਪੋਟੈਂਸ਼ੀਅਲ ਰਿਅਲਾਈਜ਼ ਨਹੀਂ ਹੋਏਗਾ। ਬਾਣੀ ਨੂੰ ਮੈਂ ਆਪਣਾ ਐਕਸਪੀਰੀਅੰਸ ਬਣਾ ਲਾਂਗਾ, ਮੇਰੇ ਹਰ ਸ਼ਬਦ ਵਿੱਚ ਉਸ ਐਕਸਪੀਰੀਅੰਸ ਦੀ ਵਿਆਖਿਆ ਨਿਕਲ ਸਕਦੀ ਹੈ। ਸਾਹਿਬ ਦੀ ਇਹ ਗੱਲ ਕਿੰਨੀ ਪਿਆਰੀ ਹੈ, ਸੱਚ ਉਪਜੇ, ਸਭ ਕੁਝ ਸੱਚ ਤੋਂ ਉਪਜਦਾ ਹੈ, ਸੱਚ ਵਿੱਚ ਸਮਾ ਜਾਂਦਾ ਹੈ। ਸਾਚੇ ਸੂਚੇ ਏਕ ਮਿਆ, ਸਭ ਇੱਕ ਦੇ ਵਿੱਚ
ਇੱਕ ਦੀ ਮਾਇਆ ਹੈ, ਉਹਦੇ ਵਿੱਚ ਹੀ ਸਮਾ ਗਿਆ ਹੈ। ਫਿਰ ਸਾਹਿਬ ਨੇ ਦੂਜਾ ਪੱਖ ਵੀ ਖੋਲ੍ਹ ਦਿੱਤਾ ਹੈ, ਝੂਠੇ ਆਵੇ ਠਵਰ ਨਾ ਪਾਵੇ। ਝੂਠ ਦਾ ਮਤਲਬ ਕੀ ਹੋਇਆ? ਮੈਂ ਔਰ ਮੇਰੀ ਈਗੋ, ਇਹ ਝੂਠ ਹੈ, ਇਹ ਐਬਸੋਲੂਟ ਰਿਐਲਿਟੀ ਨਹੀਂ ਹੈ, ਇਹ ਟ੍ਰਾਂਜ਼ੀਐਂਟ ਰਿਐਲਿਟੀ ਹੈ। ਸਮੇਂ ਦੇ ਅੰਦਰ ਇਹ ਸੱਚ ਹੈ, ਸਮੇਂ ਤੋਂ ਪਰੇ ਨਹੀਂ ਹੈ। ਜੇ ਅਸੀਂ ਬਿਗ ਬੈਂਗ ਥਿਊਰੀ ਵੀ ਸਾਇੰਸ ਦੀ ਮੰਨ ਲਈਏ ਇੱਕ ਵਾਸਤੇ, ਕਿ ਸਾਰਾ ਕ੍ਰੀਏਸ਼ਨ ਇੱਕ ਬੜੇ ਵੱਡੇ ਧਮਾਕੇ ਤੋਂ ਸਭ ਸ੍ਰਿਸ਼ਟੀ ਬਣੀ ਹੈ, ਉਸ ਨੂੰ ਫਿਰ ਇਹ ਸਿਕਲਿਕਲ ਵੀ ਕਹਿੰਦੇ ਹਨ, ਕਿ ਇਹ ਸਮਾ ਵੀ ਜਾਂਦੀ ਹੈ ਕਦੇ। ਤਾਂ ਜਿਹਦੇ ਨਾਲ ਸਮਾ ਜਾਏਗੀ, ਫਿਰ ਇਹ ਭੇਦ ਜਿਤਨੇ ਨੇ ਸਾਡੇ ਮੁੱਕ ਜਾਣਗੇ, ਹੰਕਾਰ ਖਤਮ ਹੋ ਜਾਣਗੇ, ਫਿਰ ਕੀ ਰਹੇਗਾ? ਸੱਚ ਹੀ ਰਹੇਗਾ। ਅਰਬਦ ਨਰਬਦ ਤੁੰਦੂਕਾਰਾ, ਇਹ ਗੱਲ ਅਸੀਂ ਪਿਛਲੀ ਵਾਰ ਵੀ ਵਿਚਾਰੀ ਸੀ। ਤਰਨ ਨਾ ਗਗਨ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏ ਦਾ। ਇਸ ਬਾਣੀ ਵਿੱਚ ਸਾਹਿਬ ਨੇ ਆਦ ਦੀ ਗੱਲ ਸੁਨ ਸਮਾਦ ਨਾਲ ਰਿਲੇਟ ਕਰਕੇ ਕੀਤੀ ਹੈ। ਜਦੋਂ ਯੋਗੀ ਪੁੱਛਦੇ ਹਨ ਕਿ ਆਦ ਦੀ ਕੁਝ ਗੱਲ ਸੁਣਾਓ, ਮਹਾਰਾਜ ਕਹਿੰਦੇ ਨੇ ਸੁਨ ਵਿੱਚ ਚਲੇ ਜਾਓ, ਸੁਨ ਸਮਾਦ ਵਿੱਚ ਚਲੇ ਜਾਓ, ਆਦ ਦੇ ਵਿੱਚ ਚਲੇ ਜਾਓਗੇ, ਸਮੇਂ ਤੋਂ ਪਰੇ ਹੋਗੇ, ਟਾਈਮ ਸਪੇਸ ਐਂਡ ਕਾਜ਼ ਪਿੱਛੇ ਰਹਿ ਜਾਏਗਾ। ਇਹ ਗੁਰੂ ਨਾਨਕ ਸਾਹਿਬ ਕਿੱਥੇ ਦੀ ਗੱਲ ਕਰ ਰਹੇ ਹਨ? ਦੱਸੋ, ਇਹ ਕਿਤਨਾ ਮਿਰਕਲ ਹੈ ਗੁਰੂ ਨਾਨਕ ਮਹਾਰਾਜ। ਅਸੀਂ ਗੁਰੂਆਂ ਨੂੰ ਲੱਭਦੇ ਹਾਂ ਕਿ ਸਾਡਾ ਕੋਈ ਭਲਾ ਕਰ ਦੇਗਾ, ਕੋਈ ਰੋਗ ਦੂਰ ਕਰ ਦੇਗਾ, ਕੋਈ ਚਮਤਕਾਰ ਦੇ ਦੇਗਾ, ਮੇਰੇ ਕੋਲ ਪੈਸਿਆਂ ਦਾ ਭੰਡਾਰ ਆ ਜਾਏਗਾ। ਅਸੀਂ ਇਹਨੂੰ ਚਮਤਕਾਰ ਗਿਣੀ ਫਿਰਦੇ ਹਾਂ। ਲਾਈਫ ਦਾ ਚਮਤਕਾਰ ਤੇ ਸਾਡੇ ਤੋਂ ਉਜਲ ਹੀ ਹੈ, ਜਿਹੜਾ ਗੁਰੂ ਨਾਨਕ ਸਾਹਿਬ ਪ੍ਰਗਟ ਕਰਦੇ ਹਨ। ਸੁਨ ਸਮਾਦ ਲਗਾਏ ਦਾ। ਮੈਂ ਕਿਸੇ ਤੋਂ ਕੋਈ ਵਸਤੂ ਲਈ, ਉਹ ਕੁਝ ਸਮੇਂ ਲਈ ਚੱਲੇਗੀ। ਅੱਜ ਕੱਲ੍ਹ ਸੋਨੀ ਦਾ ਇੱਕ ਨਵਾਂ ਪਲੇ ਸਟੇਸ਼ਨ ਆ ਰਿਹਾ ਹੈ, ਅਤੇ ਪੁਰਾਣੇ ਪਲੇ ਸਟੇਸ਼ਨ ਮੁੱਕ ਗਏ। ਫਿਰ ਇੱਕ ਟੋਏ ਹੈ, ਕੁਝ ਸਮੇਂ ਲਈ ਚੱਲੇਗਾ। ਇਸ ਤਰ੍ਹਾਂ ਜੀਵਨ ਵਿੱਚ ਹਰ ਚੀਜ਼ ਕੁਝ ਸਮੇਂ ਦੇ ਅੰਦਰ ਹੈ, ਪਰ ਇੱਕ ਵਸਤੂ ਹੈ ਜੋ ਸਮੇਂ ਤੋਂ ਪਰੇ ਹੈ, ਜੋ ਸਦਾ ਸਾਡੇ ਨਾਲ ਰਹੇਗੀ। ਬਾਣੀ ਦੇ ਐਕਸਪੀਰੀਅੰਸ ਤੋਂ ਸਾਨੂੰ ਇਹ ਸਮਝ ਆਉਂਦਾ ਹੈ ਕਿ ਅਸਲ ਵਿੱਚ ਉਸ ਵਸਤੂ ਵੱਲ ਹੀ ਧਿਆਨ ਕਰਨਾ ਚਾਹੀਦਾ ਹੈ ਜਿਹੜੀ ਸਦਾ ਲਈ ਰਹੇਗੀ। ਬਾਕੀਆਂ ਦਾ ਹੋਣਾ ਨਾ ਹੋਣਾ ਬਰਾਬਰ ਹੈ। ਮੈਂ ਇੱਕ ਨਦੀ ਦੇ ਵਿੱਚ ਬਹਿ ਰਿਹਾ ਹਾਂ, ਔਰ ਮੈਨੂੰ ਦਿਖ ਰਿਹਾ ਹੈ ਇਹ ਅੱਗੇ ਜਾ ਕੇ ਇਹ ਨਦੀ 100 ਫੁੱਟ ਥੱਲੇ ਖਾਈ 'ਚ ਗਿਰਨ ਲੱਗੀ ਹੈ, ਤਾਂ ਮੈਂ ਉਸ ਨਦੀ ਵਿੱਚ ਕਿਸ ਤਰ੍ਹਾਂ ਬਹਿ ਸਕਾਂਗਾ? ਨਹੀਂ ਬਹਿ ਸਕਾਂਗਾ। ਮੈਨੂੰ ਉਹ 100 ਫੁੱਟ ਦੀ ਖਾਈ ਨਜ਼ਰ ਆਏਗੀ। ਐਂਡ ਵਿੱਚ ਕੀ ਹੋ ਰਿਹਾ ਹੈ, ਉਹ ਮੇਰਾ ਅੱਜ ਬਣ ਜਾਏਗਾ। ਅੰਤ ਔਰ ਅੱਜ ਬਰਾਬਰ ਹੋ ਜਾਏਗਾ। ਇਸੇ ਤਰ੍ਹਾਂ ਜੀਵਨ ਹੈ। ਅਗਰ ਮੌਤ ਦੇ ਵਿੱਚ ਮੈਂ ਬਿਨਾਂ ਤਿਆਰੀ ਦੇ ਉਤਰਿਆ ਤਾਂ ਇੱਕ ਖਾਈ ਵਿੱਚ ਗਿਰ ਜਾਵਾਂਗਾ, ਪਰ ਇਹਨੂੰ ਮੈਂ ਅਵੋਇਡ ਕਰਦਾ ਹਾਂ। ਇਸ ਥਾਟ ਨੂੰ ਮੈਂ ਆਪਣੇ ਅੰਤਰ ਵਿੱਚ, ਮਨ ਵਿੱਚ ਨਹੀਂ ਉਤਰਨ ਦਿੰਦਾ। ਨੀਟਸੇ ਨੇ ਇੱਕ ਗੱਲ ਕੀਤੀ ਸੀ, ਉਹ ਕਹਿੰਦਾ ਹੈ ਇਹ ਜਿਹੜੀ ਗੱਲਾਂ ਨੇ ਨਾ, ਇਹ ਸਾਨੂੰ ਸਰਵਾਈਵ ਕਰਨ ਲਈ ਮਸਟ ਹਨ, ਨਹੀਂ ਤਾਂ ਸਰਵਾਈਵ ਨਹੀਂ ਕਰ ਪਾਵਾਂਗੇ। ਨੈਸੈਸਰੀ ਇਲੂਜ਼ਨ ਕਹਿੰਦਾ ਹੈ। ਇਹ ਇਲੂਜ਼ਨ ਹੈ, ਪਰ ਇਹ ਬੜਾ ਜ਼ਰੂਰੀ ਹੈ। ਇਹਦੇ ਬਿਨਾਂ ਮੈਂ ਜੀ ਨਹੀਂ ਪਾਵਾਂਗਾ। ਜੇ ਮੈਂ ਰਾਤ ਸੋਵਾਂ ਔਰ ਆਪਣੇ ਆਪ ਨੂੰ ਇਹ ਕਹਾਂ ਕਿ ਕੋਈ ਜ਼ਰੂਰੀ ਨਹੀਂ ਸਵੇਰੇ ਉੱਠਾਂਗਾ, ਤਾਂ ਮੈਂ ਨਹੀਂ ਸੋ ਪਾਵਾਂਗਾ। ਇਹ ਨੈਸੈਸਰੀ ਇਲੂਜ਼ਨ ਹੈ। ਮੈਂ ਇਲੂਜ਼ਨ ਕ੍ਰੀਏਟ ਕੀਤਾ ਹੋਇਆ ਹੈ, ਇਹਨੂੰ ਮਾਇਆ ਕਹਿੰਦੇ ਹੈ। ਬਿਲਕੁਲ ਠੀਕ ਹੈ, ਇਹਦੀ ਲੋੜ ਹੈ ਮੈਨੂੰ, ਪਰ ਅਗਰ ਮੈਂ ਇਹਨੂੰ ਇੱਕ ਵਾਰ ਪੂਰੀ ਤਰ੍ਹਾਂ ਆਪਣੇ ਅੰਦਰ ਐਕਸਪੀਰੀਅੰਸ ਕਰ ਲਵਾਂ ਕਿ ਮੈਂ ਕੱਲ ਨਹੀਂ ਰਵਾਂਗਾ, ਤਾਂ ਮੇਰਾ ਅੱਜ ਬਦਲ ਜਾਏਗਾ। ਤਾਂ ਸਾਹਿਬ ਨੇ ਕਿਹਾ ਕਿ ਜੀਵਨ ਨੂੰ ਮੌਤ ਤੋਂ ਦੇਖੋ। ਪਹਿਲਾ ਮਰਨ ਕਬੂਲ, ਜਾਣ ਲੈ ਭਾਈ ਕਿ ਮਰਨਾ ਹੈ। ਉਹਦੇ ਬਿਨਾਂ ਬਾਣੀ ਵੀ ਉਹ ਅਸਰ ਨਹੀਂ ਕਰੇਗੀ, ਉਹ ਰਿਐਲਿਟੀ ਨਹੀਂ ਸਮਝ ਆਏਗੀ ਜਦ ਤੱਕ ਇਹ ਰਿਐਲਿਟੀ ਨਾ ਦੇਖੋ ਕਿ ਮਰਨਾ ਹੈ ਇੱਕ ਦਿਨ। ਸਿਆਲਕੋਟ ਦੀ ਇਹ ਕਥਾ ਵੀ ਇਹੀ ਸੀ ਨਾ, ਮਰਨਾ ਸੱਚ, ਜੀਣਾ ਝੂਠ। ਸਾਹਿਬ ਦੀ ਬਾਣੀ ਨੂੰ ਪੜ੍ਹਦੇ ਅਸੀਂ ਇਹਨਾਂ ਹੁਕਮਾਂ ਨੂੰ ਨਾਲ ਲੈ ਕੇ ਚੱਲਣਾ ਹੈ। ਇਹਨੂੰ ਵੀ ਹੁਕਮ ਹੈ ਕਿ ਐਵਰੀ ਮੀਟਿੰਗ ਵਿਲ ਹੈਵ ਸੈਪਰੇਸ਼ਨ ਬਿਲਟ ਇਨ, ਬਟ ਫॉर वन। ਇੱਥੇ ਜੀਵਨ ਜਿਤਨਾ ਕੁਝ ਦੇਗਾ ਸਭ ਕੁਝ ਵਾਪਸ ਲੈ ਲੇਗਾ, ਬਟ ਫॉर वन। ਜੋ ਲਾਈਫ ਵਿੱਚ ਸਾਡੇ ਸਾਹਮਣੇ ਆਏਗਾ, ਦਿਖੇਗਾ, ਉਹ ਸਭ ਖਤਮ ਹੋ ਜਾਏਗਾ, ਬਟ ਫॉर वन एक्सपीरियंस।
ਉਸ ਐਕਸਪੀਰੀਅੰਸ ਨੂੰ ਗੁਰੂ ਨਾਨਕ ਨੇ ਸ਼ਬਦ ਕਿਹਾ ਹੈ, ਔਰ ਉਸ ਸ਼ਬਦ ਦਾ ਪ੍ਰਗਟਾਵਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਾਜ਼ਰ। ਇਸ ਸ਼ਬਦ ਦੇ ਜ਼ਰੀਏ ਨਿਰੰਕਾਰ ਨੂੰ ਜਾਣਿਆ ਜਾ ਸਕਦਾ ਹੈ। ਇਹ ਨਿਰੰਕਾਰ ਦਾ ਹੁਕਮ ਹੈ, ਉਹਦਾ ਆਰਡਰ ਹੈ, ਉਹਦੀ ਕ੍ਰੀਏਸ਼ਨ ਹੈ। ਇਸ ਕਰਕੇ ਸ਼ਬਦ ਬਹੁਤ ਅਹਿਮ ਸ਼ਬਦ ਹੈ ਜੀਵਨ 'ਚ। ਇਸ ਬਾਣੀ ਨੂੰ ਜਾਣਦੇ, ਗੁਰੂ ਨਾਨਕ ਨੂੰ ਜਾਣਨ ਵਾਸਤੇ ਸ਼ਬਦ ਨੂੰ ਐਕਸਪੀਰੀਅੰਸ ਕਰ ਲੈਣਾ, ਸ਼ਬਦ ਨੂੰ ਮਨ ਵਿੱਚ ਵਸਾ ਲੈਣਾ। ਵਸਤੂ ਅੰਦਰ ਵਸਤ ਸਮਾਵੇ, ਮਨ ਦੇ ਵਿੱਚ ਦੂਜੀ ਹੋਵੇ ਪਾਸ। ਜਦੋਂ ਥਾਟਸ ਹਟ ਜਾਣਗੀਆਂ ਤਾਂ ਹੀ ਸ਼ਬਦ ਵਸ ਸਕੇਗਾ ਮਨ ਨਾਲ। ਮਹਾਰਾਜ ਕਹਿੰਦੇ ਨੇ ਝੂਠੇ ਆਵੇ ਠੌਰ ਨਾ ਪਾਵੇ, ਉਹਨੂੰ ਕਦੇ ਠਹਿਰ ਨਹੀਂ ਮਿਲੇਗੀ। ਆਲਵੇਜ਼ ਮੂਵਿੰਗ, ਆਲਵੇਜ਼ ਅਨਸਟੇਬਲ, ਈਗੋ ਮਾਈਂਡ ਆਲਵੇਜ਼ ਚੇਂਜਿੰਗ। ਝੂਠਾ ਮਨ ਦੂਜੇ ਆਵਾ ਗਾਉਣ ਪਿਆ, ਦੂਜੇ ਦੇ ਕਾਰਨ। ਬਿਕੋਜ਼ ਆਈ ਡੋਂਟ ਬਿਲੀਵ ਇਨ ਦ ਵਨ ਬੀਇੰਗ ਦ ਕ੍ਰੀਏਟਰ। ਮੈਨੂੰ ਦੂਜਾ ਦਿਖਦਾ ਹੈ, ਦੂਸਰਾ ਦਿਖਦਾ ਹੈ। ਐ ਨਹੀਂ ਦਿਖਦਾ ਕਿ ਹਰ ਜਗ੍ਹਾ ਦੇ ਵਿੱਚ ਉਹ ਹਾਜ਼ਰ ਹੈ। ਬਾਹਰ ਭੀਤਰ ਇੱਕ ਹੋ ਜਾਣੇ, ਕਿਉਂਕਿ ਮੈਨੂੰ ਇੱਕ ਦਾ ਐਕਸਪੀਰੀਅੰਸ ਨਹੀਂ ਹੈ। ਇਸ ਕਰਕੇ ਜੋ ਬਾਹਰ ਹੈ ਉਹ ਫਰਕ ਦਿਖਦਾ ਪਿਆ ਹੈ। ਇਹ ਗੁਰੂ ਗਿਆਨ ਬਤਾਈ। ਤਾਂ ਦੂਜੇ ਦੇ ਕਾਰਨ ਆਵਾਗਮਨ ਅਨਸਟੇਬਲ ਰਹਿੰਦਾ, ਮੈਂ ਚੇਂਜਿੰਗ ਰਹਿੰਦਾ। ਆਵਾਗਮਨ ਤੋਂ ਕਈ ਵਾਰ ਲੋਕ ਭਾਵ ਮੌਤ ਔਰ ਜਨਮ ਦਾ ਕਰਦੇ ਹਨ। ਮੈਨੂੰ ਲੱਗਦਾ ਆਵਾਗਮਨ ਦਾ ਮਤਲਬ ਮੂਵਮੈਂਟ ਹੈ। ਮੈਂ ਜਦੋਂ ਚੇਂਜਿੰਗ ਮਨ ਵਿੱਚ ਹਾਂ ਤਾਂ ਮੈਂ ਹਮੇਸ਼ਾ ਮਰ ਔਰ ਜੀ ਰਿਹਾ ਹਾਂ। ਮੈਨੂੰ ਹਰ ਪਲ ਮੌਤ ਆ ਰਹੀ ਹੈ ਔਰ ਹਰ ਪਲ ਨਵਾਂ ਜੀਵਨ ਮਿਲ ਰਿਹਾ ਹੈ। ਮੇਰੇ ਲਈ ਜੀਵਨ ਔਰ ਮਰਨ ਦਾ ਇੱਕ ਨਵਾਂ ਮੀਨਿੰਗ ਹੋ ਜਾਂਦਾ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਇਹ ਐਕਸਪੀਰੀਅੰਸ ਗੁਰੂ ਨਾਨਕ ਸਾਹਿਬ ਸਾਨੂੰ ਦੇਣਾ ਚਾਹੁੰਦੇ ਹਨ, ਜਿੱਥੇ ਆਵਾਗਮਨ ਖਤਮ ਹੋ ਜਾਂਦਾ ਹੈ। ਫਿਰ ਲਾਈਫ ਦਾ ਇੱਕ ਸੋਮਾ ਸਾਡੇ ਸਾਹਮਣੇ ਆਉਂਦਾ ਹੈ, ਜਿਹੜਾ ਸਦਾ ਲਈ ਹੈ ਔਰ ਮੇਰੇ ਤੋਂ ਕੋਈ ਲੈ ਨਹੀਂ ਸਕਦਾ। ਇਹ ਮਨ ਦੀ ਉਸ ਗੱਲ ਨਾਲ ਜੁੜਦੀ ਹੈ ਜਿਹੜਾ ਸੱਤ ਦਾ ਮਾਈਂਡ ਹੈ, ਜਿੱਥੇ ਸੱਚ ਵਸਦਾ ਹੈ, ਸਦਾ ਵਾਲਾ ਮਨ ਵਸਦਾ ਹੈ। ਮਹਾਰਾਜ ਕਹਿੰਦੇ ਨੇ ਆਵਾ ਗਾਉਣ ਮਿਟੇ ਗੁਰ ਸ਼ਬਦੀ। ਕਿਆ ਬਾਤ ਹੈ ਮਹਾਰਾਜ। ਇਸ ਈਗੋ ਨੂੰ ਛੱਡ ਕੇ ਮੈਂ ਉਸ ਮਨ ਵਿੱਚ ਕਿਵੇਂ ਜਾਵਾਂਗਾ ਜਿਹੜਾ ਸੱਚ ਮਨ ਹੈ, ਗੁਰੂ ਦੇ ਸ਼ਬਦ ਨਾਲ। ਥਾਟਸ ਨੂੰ ਹਟਾ ਕੇ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸ਼ਬਦ ਨਾਲ ਮਨ ਨੂੰ ਜੋੜਦੇ ਹਾਂ ਤਾਂ ਮੈਂ ਆਪਣਾ ਕ੍ਰੀਏਟਡ ਥਾਟਸ ਤਿਆਗਦੇ ਹਾਂ। ਉਹ ਕਿਵੇਂ ਤਿਆਗਾਂਗਾ? ਉਹਨਾਂ ਨੂੰ ਐਨਰਜਾਈਜ਼ ਕਰਨਾ ਬੰਦ ਕਰਦੇ ਹਾਂ। ਕਿਵੇਂ ਕਰਾਂਗਾ? ਮੈਂ ਜਾਣ ਲਵਾਂ ਕਿ ਮੇਰੀ ਥਾਟਸ ਮੈਂ ਨਹੀਂ ਹਾਂ। ਇਹ ਕੀ ਫੈਕਟਰ ਹੈ? ਸਟਰਕਚਰਲ ਚੇਂਜ ਹੈ ਮਨ ਦੇ ਵਿੱਚ। ਮੈਂ ਇਹੀ ਜਾਣਦਾ ਕਿ ਜੋ ਮੇਰੀ ਥਾਟਸ ਨੇ ਉਹੀ ਮੈਂ ਹਾਂ। ਕਿਸੇ ਔਰਤ ਕੋਲ ਇੱਕ ਸੋਹਣਾ ਮਰਦ ਆਇਆ ਸਾਹਮਣੇ, ਕਾਮ ਉੱਠ ਗਿਆ, ਥਾਟ ਉੱਠ ਗਈ, ਉਹਨੇ ਆਈਡੈਂਟੀਫਾਈ ਕੀਤਾ ਇਹ ਮੈਂ ਹਾਂ। ਉਹ ਡਿਫਰੈਂਸ਼ੀਏਟ ਨਹੀਂ ਕਰ ਪਾ ਰਹੀ ਕਿ ਥਾਟ ਸਾਰੀਆਂ ਮੈਂ ਨਹੀਂ ਬਣਦੀਆਂ। ਆਈ ਔਰ ਗਈ, ਥਾਟ ਨੂੰ ਮੈਂ ਪਕੜਿਆ ਨਹੀਂ ਤੇ ਮੈਂ ਨਹੀਂ ਬਣਦਾ। ਫਿਰ ਉਹਦੇ ਵਿੱਚ ਜਦ ਮੈਂ ਹਾਂ ਹੀ ਨਹੀਂ ਤਾਂ ਫਿਰ ਕਾਮਨਾ ਵੀ ਨਹੀਂ ਉੱਠਦੀ ਹੈ। ਐਪਰੀਸੀਏਸ਼ਨ ਫਿਰ ਵੀ ਉੱਠ ਸਕਦੀ ਹੈ, ਕਿੰਨਾ ਸੋਹਣਾ ਮਰਦ ਹੈ, ਪਰ ਉਹਦੇ 'ਚ ਡਿਜ਼ਾਇਰ ਨਹੀਂ ਉੱਠੇਗਾ। ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਮੇਰਾ ਐਕਸਪੀਰੀਅੰਸ ਨਹੀਂ ਹੈ। ਮੈਂ ਆਪ ਤੋਂ ਬਾਰ-ਬਾਰ ਮਾਫੀ ਮੰਗਾਂਗਾ। ਇਹ ਸਾਰੀਆਂ ਗੱਲਾਂ ਮੇਰੇ ਐਕਸਪੀਰੀਅੰਸ ਵਿੱਚ ਨਹੀਂ ਹਨ, ਪਰ ਮੈਨੂੰ ਲੱਗਦਾ ਇਸ ਤਰ੍ਹਾਂ ਹੈ। ਝੂਠੇ ਆਵੇ ਠੌਰ ਨਾ ਪਾਵੇ, ਦੂਜੇ ਆਵਾ ਗਾਉਣ ਪਿਆ। ਦੂਜੇ ਦੇ ਕਾਰਨ ਮੈਂ ਸਦਾ ਅਨਸਟੇਬਲ ਰਹਿੰਦਾ ਹਾਂ। ਇਸ ਕਰਕੇ ਇਨਸਿਕਿਉਰ ਰਹਿੰਦਾ ਹਾਂ। ਆਪਣੇ ਆਪ ਨੂੰ ਨਹੀਂ ਜਾਣਦਾ, ਆਪਣੇ ਬਣਾਉਣ ਵਾਲੇ ਨੂੰ ਨਹੀਂ ਜਾਣਦਾ, ਆਪਣੀ ਉਸ ਸ਼ਕਤੀ ਨੂੰ ਨਹੀਂ ਜਾਣਦਾ ਜਿਸ ਤੋਂ ਮੈਂ ਬਣਦਾ ਹਾਂ। ਇਸ ਕਰਕੇ ਮੈਂ ਹਮੇਸ਼ਾ ਹੀ ਲੋਸਟ ਸੋਲ ਹਾਂ। ਆਵਾਗਮਨ ਕਿਸ ਤੋਂ ਅਸੀਂ ਠਹਿਰਾਵਾਂਗੇ? ਸ਼ਬਦ ਨੂੰ ਅਪਣਾ ਕੇ ਮਨ ਦੇ ਵਿੱਚ। ਮੇਰਾ ਗੁਰੂ ਮੇਰਾ ਸ਼ਬਦ ਹੈ। ਗੁਰੂ ਨਾਨਕ ਸਾਹਿਬ ਦੇ ਇਹਨਾਂ ਬਚਨਾਂ ਨੂੰ ਕਮਾ ਕੇ ਜੀਵਨ ਬਦਲੀ ਕਰ ਸਕਦੇ ਹਾਂ ਸਦਾ ਲਈ। ਅਗਰ ਗੁਰੂ ਨਾਨਕ ਨੂੰ ਜਾਣਨਾ ਹੈ, ਮਹਾਰਾਜ ਨੂੰ, ਤਾਂ ਇਹਨਾਂ ਬਾਣੀਆਂ ਨੂੰ ਕਮਾਣਾ ਸਾਡਾ ਫਰਜ਼ ਬਣਦਾ ਹੈ। ਸੱਚ ਵੱਖਰ ਕੇ ਹਮ ਵਣਜਾਰੇ। ਕਿਆ ਬਾਤ ਹੈ ਮਹਾਰਾਜ।
ਗੁਰੂ ਸਾਹਿਬ ਨੇ ਇੱਕ ਸਟੇਟਮੈਂਟ ਦੇ ਦਿੱਤੀ, ਆਪਣੇ ਆਪ ਨੂੰ ਪੂਰੀ ਤਰ੍ਹਾਂ ਡਿਫਾਈਨ ਕਰ ਦਿੱਤਾ। ਗੁਰੂ ਨਾਨਕ ਤਾਂ ਸੱਚ ਦੇ ਰੂਪ ਵਿੱਚ ਹਾਜ਼ਰ ਹੈ। ਮੈਂ ਸੱਚ ਨੂੰ ਲੱਭਣ ਨਿਕਲਾਂਗਾ, ਗੁਰੂ ਨਾਨਕ ਸਾਹਿਬ ਜੀ ਆ ਜਾਣਗੇ ਸਾਹਮਣੇ। ਸੱਚ ਵੱਖਰ ਕੇ ਹਮ ਬਣ ਜਾ ਰਹੇ। ਮੈਂ ਟਰੇਡ ਕਰਨ ਨੂੰ ਸੱਚ ਨੂੰ ਤਾਂ ਨਿਕਲਦਾ ਨਹੀਂ ਹਾਂ, ਇਸ ਕਰਕੇ ਸਾਹਿਬ ਨਹੀਂ ਮਿਲਦੇ ਹਨ। ਝੂਠਾ ਟਰੇਡ ਕਰਨ ਲਈ ਝੂਠ ਹੀ ਮਿਲੇਗਾ ਨਾ ਮਹਾਰਾਜ। ਔਰ ਸੱਚ ਦੇ ਨਾਲ ਤਾਂ ਆਨੰਦ ਵੀ ਵਿੱਚ ਹੈ। ਜਿਸ ਆਨੰਦ ਨੂੰ ਕੋਕੇਨ ਨਾਲ ਵੀ ਨਹੀਂ ਪਾਇਆ ਜਾ ਸਕਦਾ, ਉਹ ਗੁਰੂ ਦੇ ਨਾਲ ਬੈਠ ਕੇ ਪਾਇਆ ਜਾ ਸਕਦਾ ਹੈ। ਔਰ ਕੋਕੇਨ ਨਾਲ ਔਰ ਨਸ਼ਿਆਂ ਨਾਲ ਤਾਂ ਹਾਈ ਮਿਲਦਾ ਹੈ, ਫਿਰ ਉਹਦੇ ਨਾਲ ਡੈਮੇਜ ਵੀ ਹੁੰਦਾ ਹੈ। ਆਨੰਦ ਨਾਲ ਤਾਂ ਡੈਮੇਜ ਵੀ ਕੁਛ ਨਹੀਂ ਹੁੰਦਾ। ਸਦਾ ਲਈ ਗੁਰੂ ਮਿਲ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਿਲ ਜਾਂਦੇ ਹਨ। ਕਈ ਵਾਰ ਨਾਮ ਲੈਂਦੇ ਵੀ ਡਰ ਲੱਗਦਾ ਹੈ। ਇੰਨੀ ਉਚਾਈ ਦੇ ਸਿਖਰ ਦੇ ਇਹ ਗੁਰੂ ਹਨ। ਕਿੰਨਾ ਕੁ ਰਹਿਮ ਹੈ, ਕਿਤਨਾ ਕੁ ਪ੍ਰੇਮ ਹੈ, ਕਿਤਨੀ ਇਹਨਾਂ ਦੀ ਕਿਰਪਾ ਹੈ, ਇਹਨੂੰ ਬਿਆਨ ਕਰਨਾ ਦੋਸ਼ ਹੋ ਜਾਂਦਾ ਹੈ। ਮਹਾਰਾਜ ਆਵਾ ਗਉਣ ਮਿਟੇ ਗੁਰ ਸ਼ਬਦੀ। ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾ ਲੈਣਾ, ਆਵਾਗਮਨ ਮਿਟ ਜਾਏਗਾ। ਜਿਸ ਦਿਨ ਇਕਾਗਰ ਮਨ ਸ਼ਬਦ ਨੂੰ ਮਿਲੇਗਾ, ਸੁਰਤ ਔਰ ਸ਼ਬਦ ਮਿਲ ਜਾਏਗਾ, ਮਾइंड ट्रांसेंड कर जाएगा, थॉट्स तो परे चला जाएगा। गुरु गोबिंद सिंह साहब से नेड़े हो जावांगे। साहिब ने फिर अगे दसिया है, एका बेदन दूजे व्यापी। क्या बात है महाराज, दुख इक्को ही है सारियां दा, कोई फर्क नहीं है। पेन इज ओनली वन, नॉट टू। ਉਹਦੇ ਕਾਰਨ ਸਾਨੂੰ ਕਈ ਦਿਖਦੇ ਹਨ, ਪਰ ਉਹ ਪੇਨ ਇੱਕੋ ਹੀ ਹੈ। ਏਕਾ ਬੇਦਨ, ਦੂਜੇ ਨੂੰ ਡੁਐਲਿਟੀ ਵਿੱਚ ਵਸ ਜਾਣਾ ਔਰ ਉਸ ਨੂੰ ਰਿਐਲਿਟੀ ਜਾਣ ਲੈਣਾ, ਇਹ ਦੁੱਖ ਦਾ ਕਾਰਨ ਹੈ। ਗਮ ਚੇ ਬਾਸ਼ਤ ਗਫਲਤ ਯਾਦ ਖੁਦਾ, ਚੀਜ਼ ਸ਼ਾਦੀ ਯਾਦ ਬੇਇਮਤਹਾ। ਗਮ ਦਾ ਕਾਰਨ ਕੀ ਹੈ? ਭਾਈ ਨੰਦ ਲਾਲ ਗੋਆ, ਕਿਆ ਬਾਤ ਹੈ ਮਹਾਰਾਜ। ਗਮ ਚੇ ਬਾਸ਼ਤ, ਕੀ ਕਾਰਨ ਹੈ ਗਮ ਦਾ? ਗਫਲਤ ਅਜ਼ਿਆਦ ਖੁਦਾ, ਉਸ ਖੁਦਾ ਦੀ ਗਫਲਤ ਵਿੱਚ ਰਹਿਣਾ, ਉਸ ਨੂੰ ਭੁੱਲ ਜਾਣਾ, ਉਸ ਨਾਮ ਤੋਂ ਟੁੱਟ ਜਾਣਾ, ਸ਼ਬਦ ਦੀ ਹਾਜ਼ਰੀ ਵਿੱਚ ਨਾ ਰਹਿਣਾ, ਇਹ ਗਮ ਦਾ ਕਾਰਨ ਹੈ। ਔਰ ਚੀਜ਼ ਸ਼ਾਦੀ, ਖੁਸ਼ੀ ਦਾ ਕਾਰਨ ਕੀ ਹੈ? ਯਾਦ ਬੇਇਮਤਹਾ, ਉਸ ਦੀ ਯਾਦ ਬੇਇਮਤਹਾ ਕਰ ਲੈਣੀ ਖੁਸ਼ੀ ਦਾ ਕਾਰਨ ਹੈ। ਸਾਰੇ ਸੋਰਸਿਸ ਆਫ ਹੈਪੀਨੈਸ, ਉਸ ਮਨ ਦੇ ਵਿੱਚ ਆਨੰਦ ਵਸਦਾ ਹੈ, ਉਹੀ ਹੈ। ਉਹਦੇ ਨਾਲ ਕਨੈਕਟ ਅਸੀਂ ਕਾਰਨਾਂ ਕਰਕੇ ਕਰਦੇ ਹਾਂ। ਕੋਈ ਰਿਲੇਸ਼ਨਸ਼ਿਪ 'ਚ ਪੈ ਗਏ, ਕੁਝ ਦੇਰ ਲਈ ਦਿਖਿਆ ਕਿ ਇਹੀ ਸੁੱਖ ਦਾ ਕਾਰਨ ਹੈ, ਪਰ ਉਹ ਜਿਹੜਾ ਸੁੱਖ ਐਕਸਪੀਰੀਅੰਸ ਹੋ ਰਿਹਾ ਹੈ, ਉਹਦਾ ਕਨੈਕਸ਼ਨ ਉਹ ਰਿਲੇਸ਼ਨਸ਼ਿਪ ਹੈ, ਪਰ ਉਹ ਰਿਲੇਸ਼ਨਸ਼ਿਪ ਉਹਦਾ ਸੋਰਸ ਨਹੀਂ ਹੈ। ਉਹਦਾ ਸੋਰਸ ਤਾਂ ਮਨ ਦੇ ਅੰਦਰ ਹੀ ਵਸਦਾ ਹੈ। ਮੈਨੂੰ ਕੋਈ ਲਾਭ ਹੋ ਗਿਆ, ਖੁਸ਼ੀ ਆ ਗਈ, ਪਰ ਉਹ ਲਾਭ ਘਾਟੇ 'ਚ ਵੀ ਬਦਲੇਗਾ ਤਾਂ ਦੁੱਖ ਬਣੇਗਾ। ਪਰ ਉਹ ਜਿਹੜਾ ਖੁਸ਼ੀ ਹੈ, ਉਹ ਇੱਕ ਕਨੈਕਸ਼ਨ ਦਾ ਕਾਰਨ ਹੈ, ਉਹਦਾ ਸੋਰਸ ਤਾਂ ਮਨ ਦੇ ਅੰਦਰ ਹੀ ਹੈ। ਕਿਵੇਂ ਦੱਸਦੇ ਨੇ ਸਾਹਿਬ ਸਾਨੂੰ ਫਿਰ? ਨਾਮ ਰਸਾਇਣ ਵਿਸਰਿਆ। ਨਾਮ ਰਸ ਹੈ ਜੀਵਨ ਦਾ। ਸਾਰੇ ਜੀਵਨਾਂ ਦਾ ਰਸ ਇੱਕੋ ਹੀ ਰਸ ਹੈ, ਉਹ ਨਾਮ ਹੈ। ਉਸ ਨੂੰ ਮੈਂ ਨਵੀਂ ਗੱਡੀ ਖਰੀਦ ਕੇ ਐਕਸਪੀਰੀਅੰਸ ਕਰ ਸਕਦਾ ਹਾਂ, ਹੈ ਤਾਂ ਉਹ ਰਸ ਨਾਮ ਦਾ ਹੀ। ਮੈਂ ਮੋਮੈਂਟਰੀਲੀ ਉਹਦੇ ਨਾਲ ਜੁੜ ਗਿਆ। ਉਹਦਾ ਕਾਰਨ ਕੀ ਹੈ? ਉਹ ਕਾਰਨ ਜਿਹਦੇ ਵਿੱਚ ਮੈਂ ਇਨਵੈਸਟ ਕੀਤਾ ਆਪਣੇ ਮਨ ਨੂੰ। ਮੈਨੂੰ ਗੱਡੀਆਂ ਦਾ ਸ਼ੌਕ ਹੈ, ਉਹਦੇ ਬਾਰੇ ਮੈਂ ਆਪਣੇ ਕੰਡੀਸ਼ਨਡ ਮਾਈਂਡ ਦੇ ਵਿੱਚ ਗੱਡੀਆਂ ਦੇ ਪੜ੍ਹਦਾ ਹਾਂ, ਗੱਡੀਆਂ ਨੂੰ ਦੇਖਦਾ ਹਾਂ ਅਤੇ ਮਨ ਨੂੰ ਕੰਡੀਸ਼ਨ ਕਰ ਲੈਂਦਾ ਹਾਂ ਕਿ ਆਈ ਲਾਈਕ ਦਿਸ, ਤਾਂ ਮੇਰਾ ਮਨ ਹਿਪਨੋਟਾਈਜ਼ ਹੋ ਜਾਂਦਾ ਹੈ। ਉਸ ਚੀਜ਼ ਨੂੰ ਆਪਣੇ ਮਨ ਦੇ ਵਿੱਚ ਢਾਲ ਲਿਆ ਮੈਂ ਕਿ ਮੈਂ ਗੱਡੀਆਂ ਦਾ ਸ਼ੌਕੀਨ ਹਾਂ, ਇਹ ਬੜੀ ਅੱਛੀ ਚੀਜ਼ ਹੈ, ਇਹ ਮਨ ਵਿੱਚ ਘਿਰ ਗਈ ਮੇਰੇ। ਹੁਣ ਜਦੋਂ ਮੈਨੂੰ ਕੋਈ ਅੱਛੀ ਗੱਡੀ ਦਿਖੇਗੀ ਤਾਂ ਮਨ ਆਨੰਦਿਤ ਹੋ ਜਾਏਗਾ, ਪਰ ਉਹਦੇ ਕਾਰਨ ਮੈਂ ਚੂਜ਼ ਕੀਤੇ ਹਨ। ਕਾਰਨ is an excuse to experience that happiness which is with us unconditionally available. ਉਹ ਸੁੱਖ ਜਿਹੜਾ ਮੇਰੇ ਮਨ ਵਿੱਚ ਸਦਾ ਹਾਜ਼ਰ ਹੈ, ਉਹਦੇ ਕਾਰਨ ਮੈਂ ਆਪਣੇ ਬਣਾ ਲੈਂਦਾ। ਉਹ ਮੇਰੀ ਚੋਇਸਿਸ ਹਨ, ਮੈਂ ਕਿਹਦੇ ਵਿੱਚ ਇਨਵੈਸਟ ਕੀਤਾ ਹੈ।
ਕਿਸੇ ਨੇ ਵਾਕਿੰਗ ਵਿੱਚ ਇਨਵੈਸਟ ਕਰ ਲਿਆ, ਕਿਸੇ ਨੇ ਦੇਖਣ ਵਿੱਚ ਇਨਵੈਸਟ ਕਰ ਲਿਆ, ਕਿਸੇ ਨੇ ਗਾਣ ਵਿੱਚ ਇਨਵੈਸਟ ਕਰ ਲਿਆ। ਇਨਵੈਸਟਮੈਂਟ ਮੇਰੀ ਚੋਇਸਿਸ ਹਨ। ਉਹਦੇ ਵਿੱਚ ਜਿਹੜਾ ਆਨੰਦ ਫੀਲ ਹੁੰਦਾ ਹੈ ਉਹ ਤਾਂ ਉਹੀ ਹੈ ਜਿਹੜੇ ਮਨ ਵਿੱਚ ਵਸਦਾ ਹੈ। ਤਾਂ ਦੁੱਖ ਦਾ ਕਾਰਨ ਹੈ ਉਸ ਆਨੰਦ ਤੋਂ ਟੁੱਟ ਜਾਣਾ, ਦੁੱਖ ਦਾ ਕਾਰਨ ਹੈ। ਉਹ ਸਾਰਿਆਂ ਦਾ ਇਹੀ ਕਾਰਨ ਹੈ। ਏਕਾ ਬੇਦਨ, ਸਭ ਦੇ ਦੁੱਖ ਇੱਕੋ ਹੀ ਹੈ ਕਿ ਅਸੀਂ ਵਿਛੜ ਗਏ ਹਾਂ ਉਸ ਸੁੱਖ ਦੇ ਸੌਮੇ ਤੋਂ ਜਿਹੜਾ ਸਾਡਾ ਕ੍ਰੀਏਟਰ ਹੈ। ਏਕਾ ਬੇਦਨ ਦੂਜੇ ਵਿਆਪੀ, ਔਰ ਦੂਜੇ ਵਿੱਚ ਮੈਂ ਆਪਣੇ ਆਪ ਨੂੰ ਸਮਾ ਲਿਆ ਕਿ ਮੇਰਾ ਕਾਰਨ ਆਫ ਦੁੱਖ ਜਿਹੜਾ ਹੈ ਦੂਸਰਾ ਹੈ, ਇੱਕ ਨਹੀਂ ਹੈ। ਤਾਂ ਉਹ ਜਿਹੜਾ ਦੂਸਰਾ ਹੈ ਉਹ ਕਾਰਨ ਜਦੋਂ ਹਟੇਗਾ ਤਾਂ ਦੁੱਖ ਬਣ ਜਾਏਗਾ। ਮੈਂ ਇੱਕ ਕਾਰ ਲਈ, ਅੱਛੀ ਕਾਰ ਹੈ, 4 ਸਾਲ ਬਾਅਦ ਉਹ ਐਕਸੀਡੈਂਟ ਹੋ ਗਈ, ਹੁਣ ਉਹ ਦੁੱਖ ਦਾ ਕਾਰਨ ਬਣ ਗਿਆ। ਆਪ ਸੁੱਖ ਦੇ ਵਿੱਚ ਇਨਵੈਸਟ ਕੀਤਾ, ਆਪਣੀ ਚੀਜ਼ ਨੂੰ ਇਸ ਤਰ੍ਹਾਂ ਬਣਾਇਆ, ਫਿਰ ਉਹਦੇ 'ਚ ਐਨਰਜੀ ਲਗਾਈ, ਫਿਰ ਉਹਨੂੰ ਦੇਖ ਰੇਖ ਕੀਤੀ, ਫਿਰ ਜਦੋਂ ਉਹ ਖਰਾਬ ਹੋਈ ਫਿਰ ਉਹ ਦੁੱਖ ਦਾ ਕਾਰਨ ਬਣ ਗਿਆ। ਸੋ ਜਦੋਂ ਕਾਰਨ ਵਿੱਚ ਮੈਂ ਇਨਵੈਸਟ ਕਰਾਂਗਾ ਤਾਂ ਉਹ ਦੁੱਖ ਹੀ ਬਣ ਜਾਏਗਾ, ਕਿਉਂਕਿ ਕਾਰਨ ਤਾਂ ਹੱਥੋਂ ਨਿਕਲੇਗਾ ਹੀ ਨਿਕਲੇਗਾ। ਪਰ ਜਦੋਂ ਕਰਤੇ ਨਾਲ ਜੁੜਾਂਗਾ ਤਾਂ ਸੁੱਖ, ਅਸਲ ਸੁੱਖ ਨੂੰ ਜਾਣ ਲਵਾਂਗਾ। ਜਿਹੜੇ ਕ੍ਰੀਏਟਰ ਨੂੰ ਮੈਂ ਜਾਣਾ, ਜਿਸ ਨੇ ਉਸ ਨੂੰ ਕ੍ਰੀਏਟ ਕੀਤਾ ਹੈ, ਮੈਨੂੰ ਕ੍ਰੀਏਟ ਕੀਤਾ ਹੈ, ਮੇਰੇ ਮਨ ਨੂੰ ਕ੍ਰੀਏਟ ਕੀਤਾ ਹੈ, ਤਾਂ ਮੈਂ ਮਨ ਦੇ ਸੱਤ ਨੂੰ ਜਾਣ ਪਾਵਾਂਗਾ। ਮਨ ਜੀਤੇ ਜਗ ਜੀਤ, ਤਾਂ ਜੀਵਨ ਨੂੰ ਜਿੱਤ ਪਾਵਾਂਗਾ। ਏਕਾ ਬੇਦਨ, ਨਾਮ ਰਸਾਇਣ ਵਿਸਰਿਆ, ਨਾਮ ਵਿਸਰ ਗਿਆ, ਇਹ ਮੇਰੇ ਦੁੱਖ ਦਾ ਕਾਰਨ ਹੋ ਗਿਆ। ਸੋ ਬੂਝੇ ਜਿਸ ਆਪ ਬੁਝਾਏ, ਉਹ ਤਾਂ ਸਭ ਨੂੰ ਬੁਝਾਉਣ ਨੂੰ ਫਿਰਦਾ ਹੈ। ਜਦੋਂ ਸਾਨੂੰ ਜੀਵਨ ਵਿੱਚ ਪੇਨ ਆਉਂਦੀ ਹੈ, ਦੁੱਖ ਆਉਂਦਾ ਹੈ, ਇਹ ਉਹ ਟੀਚਰ ਬਣ ਕੇ ਸਾਨੂੰ ਸਾਹਮਣੇ ਨਿਰੰਕਾਰ ਆ ਜਾਂਦਾ ਹੈ ਸਾਡੇ। ਇਹ ਸਾਨੂੰ ਸਿਖਾ ਰਿਹਾ ਜੀਵਨ ਦੀ ਅਸਲੀਅਤ ਕੀ ਹੈ। ਦੁੱਖ ਦਾਰੂ ਸੁੱਖ ਰੋਗ ਪਿਆ। ਪਰ ਜਦੋਂ ਉਹ ਪੇਨ ਆਉਂਦੀ ਹੈ, ਮੈਂ ਉਹਦੇ ਵਿੱਚ ਉਸ ਨੂੰ ਅਵੋਇਡ ਕਰਨ ਵਿੱਚ ਪਾਸਟ ਮਾਸਟਰ ਬਣ ਜਾਂਦਾ। ਸੋ ਇਟ ਨੈਵਰ ਟੀਚਸ ਮੀ ਐਂਡ ਇਟ ਕੀਪਸ ਰਿਵਿਜ਼ਿਟਿੰਗ। और जितना मैं पेन तो डरांगा उतनी पेन ज़्यादा आएगी। ਤਾਂ ਸਾਹਿਬ ਨੇ ਸਾਨੂੰ ਫਿਰ ਕੀ ਦੱਸਿਆ, ਇੱਕ ਹੋਰ ਗੁਰੂ ਮਹਾਰਾਜ ਨੂੰ ਮਿਲ ਲਈਏ, ਗੁਰੂ ਤੇਗ ਬਹਾਦਰ ਸਾਹਿਬ। ਅਚਰਜ ਉਸ ਆਸਮਾਨ ਦੀ ਕਥਾ ਦੀ ਗੱਲ ਹੋ ਰਹੀ ਹੈ। ਦੁੱਖ ਸੁੱਖ ਕੋ ਤੁਮ ਸਮ ਕਰ ਜਾਨੋ ਔਰ ਮਾਨ ਅਪਮਾਨਾ। ਬਸ ਮੱਥਾ ਹੀ ਟੇਕਣ ਨੂੰ ਜੀ ਕਰਦਾ ਹੈ। ਕਦੇ ਅਸੀਂ ਸਾਨੂੰ ਵੀ ਮਿਲ ਜਾਏ। ਮੇਰੇ ਵੱਡੇ ਵਰਗੇ ਮੂਰਖ ਕਾਲੇ ਕੱਪੜਿਆਂ ਵਾਲੇ ਲੋਕ ਵੀ ਕਦੇ ਸ਼ੁੱਧੀ ਵੱਲ ਟੁਰ ਪੈਣ, ਕਦੇ ਸਾਨੂੰ ਵੀ ਨਾਮ ਦਾ ਰਸ ਆ ਜਾਏ ਮਹਾਰਾਜ, ਕਦੇ ਸਾਡੇ ਤੇ ਕਿਰਪਾ ਹੋ ਜਾਏ, ਅਸੀਂ ਸ਼ਬਦ ਨੂੰ ਵਿਚਾਰ ਕੇ ਕਮਾ ਲਈਏ ਮਹਾਰਾਜ। ਸੋ ਬੂਝੇ ਜਿਸ ਆਪ ਬੁਝਾਏ, ਗੁਰ ਕੇ ਸ਼ਬਦ ਸੋ ਮੁਕਤ ਮੁਕਤ ਪਿਆ। फ्री, आज़ाद हो गया। कोई डिपेंडेंस नहीं रह गई मेरे आनंद की। फिर तां ही आज़ादी मिलती है। आज़ादी का मतलब है मैनू वो सुख मिल गया जिहड़ा अनकंडीशनड है। जिवें ज़फरनामा विच साहिब कहते हैं सानू, ना साजो ना बाजो ना फौजो ना फर्श, खुदावंद बख्शन दे ऐश अर्श। कुछ भी नहीं है, आनंद मेरे कोल है ना गल। यह पातशाह दरवेश की गल है। महाराज दीने कांगड़ के कोठे ते बैठ के साहिब ने एक ऐसी चिट्ठी लिखी है जिहड़े जीवन का सिनॉप्सिस है, जिहड़ा आउण वाले समय की सृष्टि नूं दसदा है, जीवन का सत की है। एक होर महाराज गुरु का एक रूप, गुरु गोबिंद सिंह साहब, 10वें नानक महाराज। कुछ कहना बनता नहीं इत्थे, इतनी प्रगट शक्ति कि जीवन नूं बदल दे। बस मैं भुल्लां ही अपनी खिमा करा लवां। सो बूझे जिस आप बुझाए, गुर के शब्द सो मुक्त पिया। गुरु के शब्द विच मुक्त हो गया।
ਇਸ ਕਰਕੇ ਸ਼ਬਦ ਜ਼ਰੂਰੀ ਹੈ। ਅਸੀਂ ਸ਼ਬਦ ਨੂੰ ਵਿਚਾਰਿਆ, ਸ਼ਬਦ ਦੇ ਕਈ ਪਹਿਲੂ ਵਿਚਾਰੇ। 10 ਅਰਥ ਅਸੀਂ ਸ਼ਬਦ ਦੇ ਪਿਛਲੀ ਵਾਰ ਕੁਝ ਸਮਾਂ ਪਹਿਲੇ ਵਿਚਾਰੇ ਸਨ। ਰੱਬ ਦੀ ਸ਼ਕਤੀ, ਰੱਬ ਦਾ ਪ੍ਰੇਮ, ਰੱਬ ਦੀ ਕਿਰਪਾ, ਉਹਦਾ ਹੁਕਮ, ਉਹਦਾ ਸੁਨੇਹਾ, ਉਹ ਆਪ ਸ਼ਬਦ ਵਿੱਚ ਹੈ। ਲੋੜ ਕੀ ਹੈ? ਇਸ ਦੀਵਾਰ, ਜਿਹੜੀ ਕੂੜ ਦੀ ਦੀਵਾਰ ਹੈ, ਉਸ ਨੂੰ ਹਟਾਉਣ ਦੀ ਲੋੜ ਹੈ। ਹੋਰ ਤਾਂ ਸਭ ਕੁਝ ਹੋਇਆ ਪਿਆ ਹੈ। ਮਹਾਰਾਜ ਦੀ ਬੜੀ ਕਿਰਪਾ ਰਹੇ। ਗੁਰੂ ਸਾਹਿਬ ਕਹਿੰਦੇ ਨਾਨਕ ਤਾਰੇ ਤਾਰਨਹਾਰਾ। ਮਹਾਰਾਜ ਨਾਨਕ ਤਾਰੇ ਤਾਰਨਹਾਰਾ। ਉਹ ਤਾਂ ਸਾਨੂੰ ਇਸ ਭਵਜਲ ਸਾਗਰ ਤੋਂ ਤਾਰਨ ਵਾਸਤੇ ਸਦਾ ਹੀ ਹਾਜ਼ਰ ਹੈ। ਨਿਰੰਕਾਰ ਹਾਜ਼ਰ ਹੈ, ਗੁਰੂ ਹਾਜ਼ਰ ਹੈ, ਗੁਰੂ ਦਾ ਪ੍ਰੇਮ ਹਾਜ਼ਰ ਹੈ। ਦਿੱਕਤ ਕੀ ਹੈ, ਮੁਸੀਬਤ ਕੀ ਹੈ, ਪ੍ਰੋਬਲਮ ਕੀ ਹੈ? ਹਉਮੈ ਹੈ। ਹਉਮੈ ਦੂਜਾ ਪਰ ਹਰਿਆ। ਔਰ ਇਹਨੂੰ ਸ਼ਬਦ ਤੋਂ ਅਸੀਂ ਜਿੱਤ ਸਕਦੇ ਹਾਂ। ਹਉਮੈ ਤੋਂ ਪਰੇ ਸ਼ਬਦ ਤੋਂ ਅਸੀਂ ਜਾ ਸਕਦੇ ਹਾਂ। ਜਿਸ ਦਿਨ ਅਸੀਂ ਸ਼ਬਦ ਨੂੰ ਸੱਚ ਜਾਣਾਂਗੇ, ਸ਼ਬਦ ਨੂੰ ਮਨ ਵਿੱਚ ਵਸਾ ਲਾਂਗੇ, ਸ਼ਬਦ ਔਰ ਸੁਰਤ ਨੂੰ ਜੋੜ ਦਿਆਂਗੇ, ਉਸ ਦਿਨ ਹਉਮੈ ਗਿਰ ਜਾਏਗੀ। ਕਿਉਂਕਿ ਮੇਰੀ ਥਾਟਸ ਵਿੱਚ ਹੀ ਮੈਂ ਹਾਂ। ਜਿਸ ਦਿਨ ਥਾਟਸ ਗਿਰ ਗਈਆਂ, ਮੈਂ ਹੀ ਨਹੀਂ ਰਿਹਾ। ਹਉਮੈ ਦੂਜਾ ਪਰ ਹਰਿਆ। ਦੂਜਾ ਪਰੇ ਗਿਆ ਕਿਧਰੇ। ਉਹ ਤਾਰਨਹਾਰਾ ਸਾਨੂੰ ਤਾਰ ਗਿਆ। ਮੈਂ ਆਪ ਸਭ ਦਾ ਬਹੁਤ ਧੰਨਵਾਦੀ ਹਾਂ। ਆਪ ਮੇਰੇ ਵਰਗਿਆਂ ਮੂਰਖਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੰਦੇ ਹੋ। ਗੁਰੂ ਦੇ ਦਰਸ਼ਨ ਹੋ ਜਾਂਦੇ ਹਨ ਇੱਕ ਤਰੀਕੇ ਨਾਲ। ਸੰਗਤ ਵਿੱਚ ਬੈਠ ਕੇ ਗੁਰੂ ਦਾ ਪ੍ਰੇਮ ਦਿਖਣ ਲੱਗ ਪੈਂਦਾ ਹੈ। ਮੈਂ ਆਪ ਤੋਂ ਸਭ ਤੋਂ ਮਾਫੀ ਮੰਗਦਾ ਹਾਂ। ਮੈਂ ਆਪ ਸਭ ਦੀ ਚਰਨਾਂ ਦੀ ਧੂੜ ਹੀ ਪਾਲਦਾ ਹਾਂ, ਜ਼ਿਆਦਾ ਨਹੀਂ ਹੈ ਕੋਈ। ਔਰ ਆਪ ਦਾ ਬਹੁਤ ਆਭਾਰੀ ਹਾਂ। ਮੇਰੀ ਵਿਚਾਰ ਕਈ ਵਾਰ ਗਲਤ ਵੀ ਹੈ। ਆਪ ਸੁਧਾਰ ਕਰੋਗੇ, ਮੈਂ ਆਭਾਰੀ ਹੋਵਾਂਗਾ। ਜੇ ਕਿਸੇ ਨੂੰ ਕੁਝ ਕਹਿਣਾ ਹੋਏ ਤਾਂ ਜ਼ਰੂਰ। ਅੱਜ ਦੀ ਗੱਲ ਇੱਥੇ ਤੱਕ ਮੇਰੀ ਖਤਮ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਸਹਿਤ ਪ੍ਰੇਮ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।